ਬਾਹਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਇ। ਏਕ ਓੰਕਾਰ ਸਤਿਗੁਰੂ, ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਇ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਦੋਹਰਾ ਵਿਦਾ ਹੋਏ ਲੱਦਾ ਗਇਓ, ਪੁਰ ਲਾਹੌਰ ਕੀ ਔਰ। ਸਦਨ ਪ੍ਰਵੇਸ਼ਿਓ ਜਾਏ ਕਰ, ਮਿਲੇ ਸਿੱਖ ਕਰ ਜੋਰ। ਵਿਦਾ ਹੋਏ ਲੱਦਾ ਗਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਪੀਰਾਨ ਪੀਰ ਮੀਰਾਨ ਮੀਰ, ਚਾਹਿਓ ਕਿ ਆਤਮਕ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਥ ਪੰਚਮ ਪਾਤਸ਼ਾਹ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਬਿਰਾਜਮਾਨ ਨੇ। ਸ੍ਰੀ ਰਾਮਸਰ ਸਾਹਿਬ ਜੀ ਵਾਲੇ ਅਸਥਾਨ 'ਤੇ ਅਤੀ ਸਨਮਾਨਯੋਗ ਭਾਈ ਗੁਰਦਾਸ ਸਾਹਿਬ ਜੀ ਪਾਸੋਂ ਮਨੁੱਖਤਾ ਦੇ ਉਧਾਰ ਵਾਸਤੇ, ਸਾਡੀ ਕਲਿਆਣ ਵਾਸਤੇ ਸ੍ਰੀ ਗ੍ਰੰਥ ਸਾਹਿਬ ਦੀ ਬੀੜ ਲਿਖਵਾ ਰਹੇ ਹਨ। ਬਹੁਤ ਵੱਡਾ ਇਹ ਉਪਕਾਰ ਮਨੁੱਖਤਾ ਦੇ ਭਲੇ ਵਾਸਤੇ ਸਤਿਗੁਰੂ ਜੀ ਕਰ ਰਹੇ ਨੇ। ਭਾਈ ਸੰਤੋਖ ਸਿੰਘ ਜੀ ਨੇ ਦੱਸਿਆ ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੀਵਾਂ ਦੇ ਉਧਾਰ ਵਾਸਤੇ ਦੋ ਜਹਾਜ਼ ਇਸ ਸੰਸਾਰ ਅੰਦਰ ਬਣਾਏ। ਇੱਕ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਦੀ ਨਗਰੀ ਵਿੱਚ, ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ। ਜਿਹੜਾ ਵੀ ਇਹਨਾਂ ਦੇ ਆਸਰੇ ਆਪਣੇ ਜੀਵਨ ਨੂੰ ਬਤੀਤ ਕਰੇਗਾ ਉਹਦਾ ਜੀਵਨ ਸੁਖੀ ਹੋਵੇਗਾ, ਪਰਲੋਕ ਵਿੱਚ ਉਸ ਦੀ ਕਲਿਆਣ ਹੋਵੇਗੀ। ਪਾਵਨ ਸਰੋਵਰ ਰਚਿਆ ਜਿਸ ਵਿੱਚ ਇਸ਼ਨਾਨ ਕਰਨ ਦੇ ਨਾਲ ਸ਼ਰਧਾ ਧਰਹਿ ਸੁਦਾਸਰ ਮੱਝਹਿ, ਪਾਪ ਕਮਾਤੇ ਸਭ ਹੀ ਭੱਜਹਿ। ਜਿਹੜਾ ਸ਼ਰਧਾ ਦੇ ਨਾਲ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਹਦੇ ਪੂਰਬਲੇ ਜਿਹੜੇ ਪਾਪ ਨੇ ਉਹ ਨਾਸ ਹੋਣਗੇ। ਹਰ ਮੰਦਰ ਮਹਿ ਹਰ ਜਸ ਗਾਏ, ਕੈਦੋਂ ਬੈਠ ਸੁਨੇ ਮਨ ਲਾਏ। ਸ਼੍ਰੀ ਹਰਿਮੰਦਰ ਸਾਹਿਬ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ ਗਾਵੇ ਜਾਂ ਬਹਿ ਕੇ ਸੁਣੇਗਾ। ਅਗ ਕੋ ਤਜ ਕਰ ਸ਼ੁਭਗਤ ਲੀਨਾ, ਇਮ ਪਰਲੋਕ ਭਲਾ ਗੁਰ ਕੀਨਾ। ਸਾਰੇ ਪਾਪਾਂ ਦਾ ਨਾਸ਼ ਹੋਵੇਗਾ ਅਤੇ ਪਰਲੋਕ ਵਿੱਚ ਵੀ ਉਸ ਜੀਵ ਦਾ ਉਧਾਰ ਹੋਵੇਗਾ। ਇਉਂ ਗੁਰੂ ਸਾਹਿਬ ਜੀ ਬਹੁਤ ਵੱਡੇ ਪਰਉਪਕਾਰੀ ਨੇ, ਜਿਨ੍ਹਾਂ ਨੇ ਸਾਡੇ ਉਧਾਰ ਵਾਸਤੇ ਬਖਸ਼ਿਸ਼ਾਂ ਕੀਤੀਆਂ ਨੇ। ਇਹ ਵਿਚਾਰ ਆਪਾਂ ਕੱਲ੍ਹ ਦੇ ਦੀਵਾਨਾਂ 'ਚ ਸਰਵਣ ਕੀਤੀ ਸੀ। ਆਓ ਗੁਰ ਸੰਗਤ ਜੀ, ਜਿਸ ਤਰ੍ਹਾਂ ਕਿ ਲੜੀਵਾਰ ਕਥਾ ਆ ਰਹੀ ਹੈ, ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਸਤਿਗੁਰੂ ਸਾਹਿਬ ਜੀ ਦਾ ਅੰਮ੍ਰਿਤਮਈ ਜਸ ਹੈ। ਇਸ ਅੰਮ੍ਰਿਤ ਨੂੰ ਕੰਨਾਂ ਨੂੰ ਡੂਨੇ ਬਣਾ ਕੇ ਪੀਣ ਦਾ ਯਤਨ ਕਰੀਏ। ਸਾਰੀ ਹੀ ਸੰਗਤ ਦਿਓ ਅਸੀਸ। ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ।
ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਵਿਦਾ ਹੋਏ ਲੱਦਾ ਗਇਓ ਬੁਰ ਲਾਹੌਰ ਕੀ ਓਰ। ਭਾਈ ਲੱਦਾ ਪਰਉਪਕਾਰੀ ਜੀ ਸੱਤਾ ਤੇ ਬਲਵੰਡ ਜੀ ਨੂੰ ਬਖਸ਼ਾ ਕੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਲੈ ਕੇ ਆਪਣੇ ਨਗਰ ਲਾਹੌਰ ਗਏ ਹਨ। ਸਦਨ ਪ੍ਰਵੇਸ਼ਿਓ ਜਾਏ ਕਰ ਮਿਲੇ ਸਿੱਖ ਕਰ ਜੋਰ। ਜਦੋਂ ਲਾਹੌਰ ਆਪਣੇ ਘਰੇ ਪਹੁੰਚੇ ਨੇ ਤੇ ਜਿਹੜੇ ਲਾਹੌਰ ਦੇ ਸਿੱਖ ਸਨ ਉਹਨਾਂ ਨੂੰ ਪਤਾ ਲੱਗਾ ਏ ਸਿੱਖਾਂ ਨੇ ਆ ਕੇ, ਸੰਗਤਾਂ ਨੇ ਆ ਕੇ ਭਾਈ ਲੱਦਾ ਜੀ ਦੇ ਦਰਸ਼ਨ ਕੀਤੇ ਹਨ। ਸਵਈਆ ਛੰਦ ਕਰਹਿ ਪਰਸ ਪਰ ਨਮੋ ਭਾਉ ਧਰ। ਸੰਗਤਾਂ ਬਹੁਤੇ ਪ੍ਰੇਮ ਦੇ ਨਾਲ ਭਾਈ ਲੱਦਾ ਜੀ ਨੂੰ ਆ ਕੇ ਨਮਸਕਾਰਾਂ ਕਰਦੀਆਂ ਨੇ। ਸਾਧ ਸੰਗਤ ਜੀ, ਜਿਹਨੂੰ ਗੁਰੂ ਸਾਹਿਬ ਨੇ ਨਵਾਜਿਆ ਉਹਦਾ ਸੰਗਤਾਂ ਨੇ ਅਦਬ ਅਤੇ ਸਤਿਕਾਰ ਕੀਤਾ ਹੈ। ਇਸ ਲੋਕ ਵਿੱਚ ਵੀ ਉਹਦਾ ਸਤਿਕਾਰ ਹੋਇਆ, ਉਹਦਾ ਪਰਲੋਕ ਵੀ ਸਫਲਾ ਹੋਇਆ। ਪਰ ਜਿਹੜਾ ਗੁਰੂ ਤੋਂ ਬੇਮੁਖ ਹੋਇਆ ਉਹਨੂੰ ਸੰਗਤ ਨੇ ਵੀ ਮਾਣ ਸਤਿਕਾਰ ਨਹੀਂ ਦੇਣਾ, ਤੇ ਜੇ ਲੋਕ ਗਿਆ ਤੇ ਫਿਰ ਪਰਲੋਕ ਵੀ ਜਿਹੜਾ ਹੈ ਉਹਨਾਂ ਦਾ ਖਰਾਬ ਹੁੰਦਾ ਹੈ। ਇਸ ਲਈ ਲੋਕ ਗਇਓ ਪਰਲੋਕ ਗਵਾਇਓ। ਤੇ ਜੇ ਲੋਕ ਵਿੱਚ ਮਾਣ ਮਿਲੇ, ਮਾਣ ਵੀ ਉਹਨੂੰ ਮਿਲਦਾ ਜਿਹਦੇ ਉੱਤੇ ਗੁਰੂ ਦੀ ਖੁਸ਼ੀ ਹੋਵੇ। ਭਾਈ ਲੱਦਾ ਜੀ ਨੇ ਪਰਉਪਕਾਰ ਵਾਲਾ ਬਹੁਤ ਵੱਡਾ ਕਾਰਜ ਕੀਤਾ ਹੈ, ਤੇ ਜਿਸ ਕਰਮ ਤੋਂ ਪ੍ਰਸੰਨ ਹੋ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਨਵਾਜਿਆ। ਤੇ ਜੇ ਭਾਵੇਂ ਸੱਤਾ ਤੇ ਬਲਵੰਡ ਜੀ ਬੜੇ ਸੋਹਣੇ ਗਵਈਏ ਸਨ, ਪਰ ਜਦੋਂ ਗੁਰੂ ਸਾਹਿਬ ਤੋਂ ਬੇਮੁਖ ਹੋ ਗਏ ਤੇ ਕਿਸੇ ਨੇ ਵੀ ਫਿਰ ਇਹਨਾਂ ਦੇ ਗੁਣ ਦਾ ਸਤਿਕਾਰ ਨਹੀਂ ਕੀਤਾ, ਸਗੋਂ ਇਹਨਾਂ ਨੂੰ ਮੂੰਹ ਲਾਉਣਾ ਨਹੀਂ ਸੀ ਪਸੰਦ ਕਰਦੇ। ਦੂਸਰੀ ਤਰਫ ਭਾਈ ਲੱਦਾ ਜੀ ਜਿਨ੍ਹਾਂ ਨੇ ਇਹਨਾਂ ਨੂੰ ਬਖਸ਼ਾਇਆ ਤੇ ਗੁਰੂ ਸਾਹਿਬ ਜੀ ਨੇ ਗਲ ਦੇ ਨਾਲ ਲਾਇਆ ਭਾਈ ਲੱਦੇ ਪਰਉਪਕਾਰੀ। ਜਦੋਂ ਗੁਰੂ ਸਾਹਿਬ ਨੇ ਨਵਾਜਿਆ ਤੇ ਫਿਰ ਸੰਗਤਾਂ ਨੇ ਵੀ ਭਾਈ ਲੱਦੇ ਦਾ ਬੜਾ ਸਤਿਕਾਰ ਕੀਤਾ। ਸਾਰਿਆਂ ਨੇ ਆ ਕੇ ਭਾਈ ਲੱਦਾ ਜੀ ਨੂੰ ਨਮਸਕਾਰਾਂ ਕੀਤੀਆਂ ਨੇ। ਬੂਝੈ ਕੁਸ਼ਲ ਬਹੁਰ ਗੁਰਗਾਥ। ਲਾਹੌਰ ਦੀ ਜਿਹੜੀ ਸਿੱਖ ਸੰਗਤ ਹੈ ਭਾਈ ਲੱਦਾ ਜੀ ਨੂੰ ਆ ਕੇ ਗੁਰੂ ਸਾਹਿਬ ਜੀ ਬਾਰੇ ਪੁੱਛਦੀਆਂ ਹਨ। ਕਿਮ ਪਰਚਤ ਸਿੱਖਿਆਨ ਕੇ ਦੇ ਦਰਸ਼ਨ। ਇਹ ਦੱਸੋ ਕਿ ਗੁਰੂ ਸਾਹਿਬ ਜੀ ਕਿਸ ਤਰ੍ਹਾਂ ਸਿੱਖਾਂ ਨੂੰ ਦਰਸ਼ਨ ਦੇ ਰਹੇ, ਕਿਸ ਤਰ੍ਹਾਂ ਸਿੱਖਾਂ ਦੇ ਨਾਲ ਪਰਚੇ ਹੋਏ ਨੇ, ਕਿਸ ਤਰ੍ਹਾਂ ਸਿੱਖਾਂ ਨੂੰ ਉਪਦੇਸ਼ ਦੇ ਰਹੇ ਹਨ। ਕਿਸ ਥਲ ਬੈਠਤ ਹੈ ਜਗਨਾਥ। ਜਗਤ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਿਸ ਥਾਂ ਉੱਤੇ ਬਿਰਾਜਮਾਨ ਨੇ। ਤੁਮ ਚਲ ਗਏ ਪ੍ਰਸੰਗ ਭਇਓ ਕਿਮ। ਭਾਈ ਲੱਦਾ ਜੀ ਤੁਸੀਂ ਚੱਲ ਕੇ ਗਏ ਹੋ ਗੁਰੂ ਸਾਹਿਬ ਜੀ ਦੇ ਕੋਲ, ਉਹਨਾਂ ਦੇ ਦਰਸ਼ਨ ਕਰਕੇ ਆਏ ਹੋ, ਤੇ ਇਹ ਵੀ ਸਾਰੀ ਗੱਲਬਾਤ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਪ੍ਰਸੰਗ ਹੋਇਆ। ਸਾਰੀ ਗੱਲ ਸਾਨੂੰ ਖੋਲ ਕੇ ਸੁਣਾਓ, ਕਿਉਂਕਿ ਜਿਹੜੀਆਂ ਪ੍ਰੇਮ ਵਾਲੀਆਂ ਸੰਗਤਾਂ ਨੇ ਜਦੋਂ ਆਪਣੇ ਪਿਆਰੇ ਗੁਰੂ ਦਾ ਜਸ ਕੰਨਾਂ ਨਾਲ ਸੁਣਦੀਆਂ ਨੇ, ਗੁਰੂ ਸਾਹਿਬ ਜੀ ਦੇ ਕਰਤੱਵ ਸੁਣਦੀਆਂ ਨੇ, ਤੇ ਸੁਣ ਕੇ ਮਨ ਨੂੰ ਬੜਾ ਸਕੂਨ ਮਿਲਦਾ ਹੈ। ਮਨ ਜਿਹੜਾ ਆਨੰਦ ਦੇ ਸਹਿਤ ਹੋ ਜਾਂਦਾ ਹੈ। ਜਦੋਂ ਕਿਸੇ ਨਾਲ ਪਿਆਰ ਹੋਵੇ ਤੇ ਉਹਦੀ ਗੱਲ ਸੁਣਨ ਨੂੰ ਚਿੱਤ ਕਰੇਗਾ, ਤੇ ਜਦੋਂ ਕਿਸੇ ਨਾਲ ਨਫ਼ਰਤ ਹੋ ਜਾਵੇ ਤੇ ਫਿਰ ਉਹਦਾ ਨਾਂ ਸੁਣਨ ਨੂੰ ਵੀ ਮਨ ਨਹੀਂ ਕਰਦਾ। ਬੰਦਾ ਕਹਿੰਦਾ ਹੈ ਕਿ ਮੇਰੇ ਸਾਹਮਣੇ ਉਹਦਾ ਨਾਮ ਹੀ ਨਾ ਲਓ। ਇਸ ਤਰ੍ਹਾਂ ਲਾਹੌਰ ਦੀਆਂ ਸੰਗਤਾਂ ਜਿਹੜੇ ਕਿਰਤੀ ਸਿੱਖ ਸਨ ਉਹ ਭਾਈ ਲੱਦਾ ਜੀ ਦੇ ਕੋਲ ਆਏ ਤੇ ਕਹਿਣ ਲੱਗੇ, ਭਾਈ ਸਾਹਿਬ ਜੀ ਜਗਤ ਦੇ ਮਾਲਕ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਤੁਸੀਂ ਦਰਸ਼ਨ ਕਰਕੇ ਆਏ ਹੋ, ਸਾਨੂੰ ਸਾਰੀ ਗੱਲਬਾਤ ਦੱਸੋ, ਕਿਸ ਤਰ੍ਹਾਂ ਇਹ ਪ੍ਰਸੰਗ ਹੋਇਆ। ਗੁਰੂ ਸਾਹਿਬ ਜੀ ਦਾ ਜਸ ਜਿਹੜਾ ਉਹ ਅਸੀਂ ਕੰਨੀ ਸੁਣਨਾ ਚਾਹੁੰਦੇ ਹਾਂ। ਕਹਿਓ ਕਹਾਂ ਤਬ ਸ੍ਰੀ ਮੁਖ ਸਾਥ। ਤੇ ਆਪ ਜੀ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਮੁਖ ਤੋਂ ਕੀ ਉਪਦੇਸ਼ ਦਿੱਤਾ ਹੈ। ਕੌਣ ਬੇਸ ਤੇ ਮਿਲੇ ਪ੍ਰਥਮ ਗੁਰ। ਤੇ ਗੁਰੂ ਸਾਹਿਬ ਜੀ ਕਿਹੜੀ ਜਗ੍ਹਾ ਦੇ ਉੱਤੇ ਤੁਹਾਨੂੰ ਮਿਲੇ ਹਨ। ਹੱਥ ਜੋੜ ਜਬ ਟੇਕਿਓ ਮਾਥ। ਜਦੋਂ ਤੁਸੀਂ ਹੱਥ ਜੋੜ ਕੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ ਤੇ ਫਿਰ ਗੁਰੂ ਸਾਹਿਬ ਜੀ ਨੇ ਤਨ ਤੇ ਕਿਹੜਾ ਭੇਸ ਧਾਰਨ ਕੀਤਾ ਸੀ, ਕਿਸ ਤਰ੍ਹਾਂ ਦਾ ਲਿਬਾਸ ਸੀ, ਕੱਲੀ ਕੱਲੀ ਗੱਲ ਸਾਨੂੰ ਗੁਰੂ ਸਾਹਿਬ ਜੀ ਦੀ ਦੱਸੋ। ਕਿਉਂਕਿ ਦਰਸ਼ਨ ਵੀ ਜਿਹੜੇ ਹਨ ਉਹ 4 ਪ੍ਰਕਾਰ ਦੇ ਵਿਦਵਾਨਾਂ ਨੇ ਮੰਨੇ ਨੇ, ਤੇ ਕਿਸੇ ਕੋਲੋਂ ਗੁਰੂ ਸਾਹਿਬ ਦਾ ਜਸ ਕੰਨੀ ਸੁਣਨਾ ਇਹ ਸ਼ਰਵਣ ਦਰਸ਼ਨ ਹੈ। ਜਿਸ ਤਰ੍ਹਾਂ ਆਪਾਂ ਬੈਠ ਕੇ ਗੁਰ ਇਤਿਹਾਸ ਸਰਵਣ ਕਰ ਰਹੇ ਹਾਂ, ਗੁਰੂ ਸਾਹਿਬ ਜੀ ਦਾ ਜਸ ਸੁਣ ਰਹੇ ਹਾਂ, ਇਹ ਸ਼ਰਵਣ ਦਰਸ਼ਨ ਹੈ ਕਿ ਗੁਰੂ ਸਾਹਿਬ ਜੀ ਨੇ ਕਿਸ ਤਰ੍ਹਾਂ ਦਾ ਭੇਸ ਧਾਰਨ ਕੀਤਾ, ਕਿਸ ਤਰ੍ਹਾਂ ਮਹਾਰਾਜ ਸੰਗਤ ਨੂੰ ਉਪਦੇਸ਼ ਦੇ ਰਹੇ ਨੇ, ਗੁਰਸਿੱਖਾਂ ਨੇ ਕਿਸ ਤਰ੍ਹਾਂ ਗੁਰੂ ਸਾਹਿਬ ਤੋਂ ਬਖਸ਼ਿਸ਼ਾਂ ਲਈਆਂ। ਇਹ ਸਰਵਣ ਦਰਸ਼ਨ ਹੈ ਕਿ ਗੁਰੂ ਸਾਹਿਬ ਦੀ ਗੱਲ ਸੁਣ ਕੇ ਤੇ ਨੇਤਰਾਂ ਨੂੰ ਝਲਕਾਰੇ ਪੈਣੇ, ਕੱਲਾ ਕੱਲਾ
ਗੁਰੂ ਸਾਹਿਬ ਦਾ ਬਚਨ ਅੱਖਾਂ ਦੇ ਸਾਹਮਣੇ ਆਉਣਾ, ਗੁਰੂ ਦਾ ਸਰੂਪ ਸਾਹਮਣੇ ਆਉਣਾ। ਇਸ ਤਰ੍ਹਾਂ ਸੰਗਤਾਂ ਨੇ ਬੜੇ ਪ੍ਰੇਮ ਦੇ ਨਾਲ ਭਾਈ ਲੱਦਾ ਜੀ ਨੂੰ ਪੁੱਛਿਆ ਹੈ। ਲੱਦੇ ਕਹਿਓ ਕਹਾ ਲਗ ਕਹਿਓ। ਭਾਈ ਲੱਦਾ ਜੀ ਕਹਿੰਦੇ, ਸੰਗਤ ਜੀ ਮੈਂ ਕਿੱਥੋਂ ਕੁ ਤੱਕ ਗੁਰੂ ਸਾਹਿਬ ਦਾ ਜਸ ਤੁਹਾਨੂੰ ਸੁਣਾਵਾਂ। ਸ੍ਰੀ ਅਰਜਨ ਕੇ ਗੁਣ ਵਿਸਥਾਰ। ਗੁਰੂ ਅਰਜਨ ਦੇਵ ਸਾਹਿਬ ਤਾਂ ਪ੍ਰਤੱਖ ਹਰ ਨੇ, ਤੇ ਜੋ ਪ੍ਰਤੱਖ ਹਰੀ ਹੈ ਉਹਦੇ ਤਾਂ ਬੇਅੰਤੀ ਗੁਣ ਨੇ ਨਾ। ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ। ਕਿਉਂਕਿ ਮਾਲਕ ਬਹੁਤ ਉੱਚਾ ਹੈ ਤੇ ਉਹਦੇ ਵਿੱਚ ਬੇਅੰਤ ਹੀ ਗੁਣ ਨੇ। ਤੇ ਮੈਂ ਤੁਹਾਨੂੰ ਕਿਹੜਾ ਕਿਹੜਾ ਗੁਣ ਸਤਿਗੁਰੂ ਜੀ ਦਾ ਦੱਸਾਂ। ਏਕ ਜੀਹ ਕਿਆ ਬਪਰੀ ਸਮਰੱਥ। ਮੇਰੀ ਤਾਂ ਇੱਕ ਜੀਭ ਹੈ ਤੇ ਗੁਰੂ ਸਾਹਿਬ ਤਾਂ ਸਮਰੱਥ ਹਨ। ਉਚਰੇ ਜਾਏ ਨਾ ਧਰੋਂ ਹਜ਼ਾਰ। ਭਾਵੇਂ ਮੈਂ ਇੱਕ ਤੋਂ ਹਜ਼ਾਰਾਂ ਜੀਭਾਂ ਧਾਰਨ ਕਰ ਲਾਂ, ਫਿਰ ਵੀ ਮੈਂ ਗੁਰੂ ਸਾਹਿਬ ਦੇ ਪੂਰਨ ਗੁਣ ਬਿਆਨ ਨਹੀਂ ਕਰ ਸਕਦਾ। ਇੱਕ ਦੂ ਜੀਭਉ ਲੱਖ ਹੋਏ, ਲੱਖ ਹੋਵੇ ਲੱਖ 20, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਇੱਕ ਤੋਂ ਲੱਖਾਂ ਹੋ ਜਾਣ ਤੇ ਉਹਨਾਂ ਲੱਖਾਂ ਜ਼ਬਾਨਾਂ ਦੇ ਨਾਲ ਵੀ ਮੈਂ ਤੁਹਾਡਾ ਜੇ ਜਸ ਗਾਵਾਂ ਤੇ ਫਿਰ ਵੀ ਤੁਹਾਡੇ ਸਰੂਪ ਨੂੰ ਮੁਕੰਮਲ ਬਿਆਨ ਨਹੀਂ ਕਰ ਸਕਦਾ। ਜਿਹਵਾ ਏਕ ਹੋਏ ਲੱਖ ਕੋਟੀ, ਲੱਖ ਕੋਟੀ ਕੋਟ ਧਿਆਵੈ ਗੋ। ਸਹਿਸ ਫਨੀ ਜਪਿਓ ਸੇਖ ਨਾਗੈ, ਹਰ ਜਪਤਿਆ ਅੰਤ ਨ ਪਾਵੈ ਗੋ। ਇਸ ਲਈ ਭਾਈ ਲੱਦਾ ਜੀ ਨੂੰ ਸੰਗਤਾਂ ਪੁੱਛਦੀਆਂ ਨੇ, ਗੁਰੂ ਸਾਹਿਬ ਜੀ ਦੇ ਗੁਣ ਸੁਣਾਓ। ਤੇ ਭਾਈ ਸਾਹਿਬ ਕਹਿੰਦੇ ਨੇ, ਉਹ ਤਾਂ ਸਮਰੱਥ ਪਰਮੇਸ਼ਰ ਨੇ। ਮੇਰੀ ਇੱਕ ਜ਼ਬਾਨ ਕੀ ਹਜ਼ਾਰਾਂ ਜ਼ਬਾਨਾਂ ਹੋ ਜਾਣ ਤੇ ਮੈਂ ਉਹਨਾਂ ਦੇ ਪੂਰਨ ਗੁਣ ਨਹੀਂ ਬਿਆਨ ਕਰ ਸਕਦਾ। ਨੀਰਦ ਸੇ ਗੰਭੀਰ ਧੀਰ ਧਰ। ਨੀਰਦ ਸੇ ਗੰਭੀਰ ਧੀਰ ਧਰ। ਸਤਿਗੁਰੂ ਤਾਂ ਸਮੁੰਦਰ ਨਾਲੋਂ ਵੀ ਗੰਭੀਰ ਡੂੰਘੇ ਨੇ। ਜਿਸ ਤਰ੍ਹਾਂ ਸਿਆਣੇ ਦੱਸਦੇ ਨੇ ਕਿ ਸਮੁੰਦਰ ਦੀ ਗਹਿਰਾਈ ਬਹੁਤ ਹੁੰਦੀ ਹੈ, ਉਹਦਾ ਆਰਲਾ ਤੇ ਪਾਰਲਾ ਪਾਸਾ ਉਹਦਾ ਅੰਤ ਨਹੀਂ ਪਾਇਆ ਜਾਂਦਾ। ਪਰ ਹੋ ਸਕਦਾ ਹੈ ਕਿ ਬਹੁਤ ਤਰੱਕੀ ਸਮਾਜ ਨੇ ਕੀਤੀ ਹੈ, ਕਿਸੇ ਨਾ ਕਿਸੇ ਤਕਨੀਕ ਦੁਆਰਾ ਉਹਦਾ ਆਰਲਾ ਉਰਲਾ ਤੇ ਪਰਲੇ ਪਾਸੇ ਦਾ ਕੋਈ ਅੰਤ ਪਾ ਲਏ, ਉਹਦੀ ਗੰਭੀਰਤਾ ਦਾ ਡੂੰਘਾਈ ਦਾ ਅੰਤ ਪਾ ਲਏ। ਪਰ ਗੁਰੂ ਸਾਹਿਬ ਪਰਮੇਸ਼ਰ ਸਰੂਪ ਨੇ, ਅਕਾਲ ਪੁਰਖ ਪਰਮਾਤਮਾ ਅਪਰੰਪਰ ਉਹਦਾ ਸਰੂਪ ਹੈ, ਪਾਰਾਵਾਰ ਤੋਂ ਰਹਿਤ ਹੈ। ਇਸ ਲਈ ਸਮੁੰਦਰ ਵਾਂਗੂ ਉਹ ਗੰਭੀਰ ਡੂੰਘੇ ਨੇ, ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਤੇ ਧੀਰਜ ਧਾਰੀ ਹਨ ਸਤਿਗੁਰੂ, ਇੰਨੇ ਡੂੰਘੇ ਨੇ, ਸਮਰੱਥ ਨੇ, ਪਰ ਫਿਰ ਵੀ ਸਤਿਗੁਰੂ ਬਹੁਤ ਧੀਰਜ ਰੱਖਦੇ ਹਨ। ਸਦਾ ਸੁਸ਼ੀਲ ਛਬੀਲੇ ਚਾਰ। ਸੁੰਦਰ ਸਰੂਪ ਹੈ, ਛਬੀਲੇ ਅਤੇ ਸੁਸ਼ੀਲ ਸੁਭਾਅ ਵਾਲੇ ਹਨ। ਕਰਤੇ ਉਦਾਹਰਨ ਨਰਨ ਹਜ਼ਾਰਨ। ਹਜ਼ਾਰਾਂ ਹੀ ਮਨੁੱਖਾਂ ਦਾ ਸਤਿਗੁਰੂ ਜੀ ਉਧਾਰ ਕਰ ਰਹੇ ਨੇ। ਹਜ਼ਾਰਨ ਇਹ ਤੋਂ ਸਾਰਾ ਵਰਤ ਵਿਵਹਾਰ। ਇਹ ਤਾਂ ਗੁਰੂ ਸਾਹਿਬ ਜੀ ਦਾ ਸਦਾ ਹੀ ਵਿਵਹਾਰ ਹੈ, ਹਰ ਰੋਜ਼ ਦਾ ਨਿਤਾ ਪ੍ਰਤੀ, ਕਿ ਹਜ਼ਾਰਾਂ ਹੀ ਲੋਕ ਗੁਰੂ ਸਾਹਿਬ ਦੀ ਸ਼ਰਨ ਚ ਆਉਂਦੇ ਨੇ ਤੇ ਉਹਨਾਂ ਸਾਰਿਆਂ ਦੀ ਕਲਿਆਣ ਸਤਿਗੁਰੂ ਆਪ ਕਰ ਰਹੇ ਹਨ। ਗੁਣ ਅਣਗਿਣ ਕਿਆ ਗਿਣਤੀ ਭਣ ਹਉ। ਅਣਗਿਣਤ ਗੁਣ ਹਨ ਸਤਿਗੁਰਾਂ ਵਿੱਚ, ਕੀ ਮੈਂ ਗਿਣਤੀ ਕਰਕੇ ਬਿਆਨ ਕਰਾਂ। ਇੱਕ ਗੁਣ ਭਿਖ ਮੈਂ ਹੋਏ ਬਲਿਹਾਰ। ਮੈਂ ਤਾਂ ਇੱਕੋ ਗੁਣ ਗੁਰੂ ਸਾਹਿਬ ਦਾ ਦੇਖ ਕੇ ਬਲਿਹਾਰ ਜਾਣਾ। ਇੱਕ ਗੁਣ ਨੂੰ ਮੈਂ ਬਿਆਨ ਨਹੀਂ ਕਰ ਸਕਦਾ ਤੇ ਗੁਰੂ ਸਾਹਿਬ ਤਾਂ ਸਮਰੱਥ ਨੇ। ਗੁਣਾਂ ਦੇ ਖਜ਼ਾਨੇ ਨੇ, ਸਮੁੰਦਰ ਵਾਂਗੂ ਡੂੰਘੇ ਨੇ। ਇੱਕ ਜ਼ੁਬਾਨ ਦੇ ਨਾਲ ਮੈਂ ਕੀ ਉਹਨਾਂ ਦੇ ਗੁਣ ਬਿਆਨ ਕਰਾਂ। ਧਨ ਤੇ ਮਨ ਤੇ ਦਿਨ ਬ੍ਰਤ। ਧਨ ਕਰਕੇ ਮਨ ਕਰਕੇ ਦਿਨ ਪ੍ਰਤੀ ਹਰ ਰੋਜ਼। ਕਰੁਣਾ ਕਲਤ ਕਰਤ ਉਪਕਾਰ। ਕਿਰਪਾ ਸਹਿਤ ਸਤਿਗੁਰੂ ਜੀ ਬਹੁਤ ਵੱਡਾ ਉਪਕਾਰ ਕਰ ਰਹੇ। ਇਹ ਗੁਰੂ ਸਾਹਿਬ ਦਾ ਉਪਕਾਰ ਹੀ ਹੈ ਕਿ ਜਿਹੜਾ ਕੋਈ ਗਰੀਬ ਚੱਲ ਕੇ ਆਉਂਦਾ ਹੈ ਤੇ ਕਹਿੰਦਾ ਕਿਰਪਾ ਕਰਕੇ ਮੈਨੂੰ ਧਨ ਦੀ ਲੋੜ ਹੈ ਤੇ ਮਹਾਰਾਜ ਉਹਨੂੰ ਅਣਗਿਣਤ ਧਨ ਬਖਸ਼ ਦੇ। ਜੇ ਕੋਈ ਤਨ ਦੀ ਅਰੋਗਤਾ ਲਈ ਆਉਂਦਾ ਹੈ ਉਹਨੂੰ ਅਰੋਗਤਾ ਮਿਲਦੀ ਹੈ। ਜੇ ਮਨ ਦੀਆਂ ਖਿਲਤਾਂ ਵਿਗੜ ਕੇ ਰੋਗ ਲੱਗੇ ਨੇ, ਕਿਉਂਕਿ ਦੁੱਖ ਵੀ ਅਨੇਕ ਪ੍ਰਕਾਰ ਦੇ ਨੇ, ਕੋਈ ਤਨੋਂ ਦੁਖੀ ਹੈ, ਕੋਈ ਮਨੋਂ ਦੁਖੀ ਹੈ, ਥੋੜ੍ਹੇ ਸਾਰੇ ਹੀ ਦੁਖੀ ਨੇ। ਪਰ ਅਕਾਲ ਪੁਰਖ ਦੇ ਜਿਹੜੇ ਪਿਆਰੇ ਹਨ, ਸੁੱਖ ਤਾਂ ਉਹਨਾਂ ਕੋਲ ਹੈ, ਕਿਉਂਕਿ ਸੁੱਖ ਇੱਕ ਅੰਦਰ ਦੀ ਅਵਸਥਾ ਹੈ। ਸੁੱਖ ਨੂੰ ਦਿਖਾਇਆ ਨਹੀਂ ਜਾ ਸਕਦਾ। ਜਿਨ੍ਹਾਂ ਕੋਲ ਆਤਮਿਕ ਸੁੱਖ ਹੈ ਉਹਨਾਂ ਦੇ ਸਰੀਰ ਦੇ ਉੱਤੇ ਭਾਵੇਂ ਅਨੇਕਾਂ ਦੁੱਖ ਆ ਰਹੇ ਨੇ, ਪਰ ਉਹ ਦੁੱਖ ਲੱਗਦੇ ਹੀ ਨਹੀਂ। ਇਸ ਤਰ੍ਹਾਂ ਭਾਈ ਲੱਦਾ ਜੀ ਕਹਿੰਦੇ ਨੇ ਕਿ ਗੁਰੂ ਸਾਹਿਬ ਜੀ ਵਿੱਚ ਅਣਗਿਣਤ ਗੁਣ ਹਨ। ਮਹਾਰਾਜ ਧਨ ਕਰਕੇ ਧਨਾੜ ਬਣਾਉਣ ਵਾਲੇ ਨੇ। ਜਿਹੜੇ ਤਨ ਕਰਕੇ ਰੋਗੀ ਨੇ ਉਹਨਾਂ ਦੇ ਤਨ ਦੇ ਰੋਗ ਕੱਟਣ ਵਾਲੇ। ਕਈ ਮਨ ਦੇ ਰੋਗੀ ਵੀ ਆਉਂਦੇ ਨੇ ਕਿ ਸਰੀਰੋਂ ਬਹੁਤ ਸੋਹਣੇ ਦਿਸਦੇ, ਤੰਦਰੁਸਤ ਦਿਸਦੇ ਨੇ, ਪਰ ਮਨ ਕਰਕੇ ਰੋਗੀ ਹੁੰਦੇ ਨੇ। ਸਤਿਗੁਰੂ ਜੀ ਸਾਰਿਆਂ ਦੇ ਦੁੱਖ ਨੂੰ ਦੂਰ ਕਰਦੇ ਹਨ। ਪ੍ਰਥਮ ਸੁਦਾਸਰ ਸਿਰਜਿਓ ਸੁੰਦਰ। ਸਭ ਤੋਂ ਪਹਿਲਾਂ ਗੁਰੂ ਅਰਜਨ ਦੇਵ ਸਾਹਿਬ ਨੇ ਇੰਨਾ ਵੱਡਾ ਪਰਉਪਕਾਰ ਕੀਤਾ ਹੈ। ਇਹ ਸੁਦਾਸਰ ਅੰਮ੍ਰਿਤ ਸਰੋਵਰ ਜਿਹੜਾ ਹੈ,
ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅੰਦਰ ਸਿਰਜਿਆ ਹੈ। ਸ਼ੋਭਿਤ ਚਾਹੁੰਦਿਸ ਤੇ ਇੱਕ ਸਾਰ, ਫਿਰ ਇੱਕ ਸਰ ਚਾਰੇ ਪਾਸੋਂ ਬਹੁਤ ਸੁੰਦਰ ਸ਼ੋਭ ਰਿਹਾ ਹੈ। ਸਾਧ ਸੰਗਤ, ਅੱਜ ਤਾਂ ਬਹੁਤ ਤਕਨੀਕਾਂ ਆ ਗਈਆਂ, ਪਰ ਉਹਨਾਂ ਸਮਿਆਂ ਦੇ ਵਿੱਚ ਇੰਨੀ ਤਕਨੀਕ ਨਹੀਂ ਸੀ। ਪਰ ਇਹ ਸਾਰਾ ਨਕਸ਼ਾ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਣਾਇਆ ਹੋਇਆ ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਉਸੇ ਤਰ੍ਹਾਂ ਰਚਨਾ ਕੀਤੀ। ਸਰੋਵਰ ਇੰਨਾ ਸੋਹਣਾ ਰਚਿਆ ਕਿ ਇਹਦੇ ਚਾਰੇ ਕੋਨੇ ਜਿਹੜੇ ਨੇ ਉਹ ਇੱਕ ਜਿਹੇ ਹਨ। ਦੇਖਣ ਵਾਲੇ ਵੀ ਜਿਹੜੇ ਨੇ ਉਹ ਇੰਨੇ ਪ੍ਰਸੰਨ ਹੁੰਦੇ ਨੇ। ਦੇਸ਼ਾਂ ਵਿਦੇਸ਼ਾਂ ਤੋਂ ਲੋਕ ਅੱਜ ਵੀ ਦੇਖਣ ਵਾਸਤੇ ਆਉਂਦੇ ਨੇ, ਦਰਸ਼ਨਾਂ ਲਈ ਆਉਂਦੇ ਨੇ। ਕਈ ਤਾਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣ ਆਉਂਦੇ ਹਨ ਕਿ ਇੱਥੇ ਆ ਕੇ ਸਾਨੂੰ ਅੰਦਰ ਸਕੂਨ ਮਿਲਦਾ ਹੈ, ਚੈਨ ਮਿਲਦਾ ਹੈ, ਮਨ ਦੀ ਸ਼ਾਂਤੀ ਮਿਲਦੀ। ਪਰ ਕਈ ਇਹਦੀ ਸੁੰਦਰਤਾ ਦੇਖਣ ਵਾਸਤੇ ਆਉਂਦੇ ਨੇ ਕਿ ਸੁਣਿਆ ਕਿ ਦੁਨੀਆ ਵਿੱਚ ਜਿਹੜਾ ਗੁਰੂ ਰਾਮਦਾਸ ਸਾਹਿਬ ਦਾ ਦਰ ਹੈ, ਉਸ ਦਰ ਵਰਗਾ ਉਹਦੀ ਹੋਰ ਕਿਤੇ ਸੁੰਦਰਤਾ ਮਿਲਦੀ ਨਹੀਂ। ਚਲੋ ਚੱਲ ਕੇ ਦੇਖ ਕੇ ਆਈਏ। ਜਿਹੜਾ ਗੁਰੂ ਸਾਹਿਬ ਜੀ ਨੇ ਸੁੰਦਰ ਸਰੋਵਰ ਰਚਿਆ ਹੈ, ਉਹ ਚਾਰੇ ਕੋਨੇ ਉਸ ਦੇ ਇੱਕ ਜਿਹੇ ਨੇ। ਜਿੱਧਰੋਂ ਮਰਜ਼ੀ ਦੇਖ ਲਈਏ ਤੇ ਇੱਕ ਜਿਹਾ ਨਕਸ਼ਾ ਸਾਰੇ ਪਾਸੋਂ ਦਿਸਦਾ ਹੈ। ਕਲਮ ਲਟਾਰੈ ਮੱਜਣ ਧਾਰੈ, ਜਿਹੜਾ ਪ੍ਰੇਮ ਦੇ ਨਾਲ ਸ਼ਰਧਾ ਨਾਲ ਇਸ਼ਨਾਨ ਕਰਦਾ ਹੈ, ਕਲਮ ਲਟਾਰੈ, ਉਹਦੇ ਜਿਹੜੇ ਪਾਪ ਹਨ ਟਾਰੈ ਟਲ ਜਾਂਦੇ ਨੇ, ਨਾਸ਼ ਹੁੰਦੇ ਹਨ। ਨਾਮ ਉਚਾਰੈ ਸੰਜ ਸਕਾਰ, ਤੇ ਸਵੇਰੇ ਸ਼ਾਮ ਜਿਹੜਾ ਹੈ ਉਹ ਫਿਰ ਨਾਮ ਦੇ ਵਿੱਚ ਜੁੜਦਾ ਹੈ। ਇਹ ਗੁਰੂ ਰਾਮਦਾਸ ਜੀ ਦੇ ਦਰ ਦੀਆਂ ਬਖਸ਼ਿਸ਼ਾਂ ਨੇ। ਇੱਥੋਂ ਸੰਗਤਾਂ ਝੋਲੀ ਭਰ ਕੇ ਲਿਜਾਂਦੀਆਂ। ਸਾਧ ਸੰਗਤ, ਸਭ ਤੋਂ ਵੱਡਾ ਦੁੱਖ ਹੈ ਪਰਮਾਤਮਾ ਦੇ ਨਾਮ ਤੋਂ ਵਿਛੋੜਾ ਪੈ ਜਾਣਾ, ਤੇ ਸਭ ਤੋਂ ਵੱਡੀ ਪ੍ਰਾਪਤੀ ਹੈ ਜੇ ਸੱਚਾ ਨਾਮ ਧੰਨ ਸਾਨੂੰ ਮਿਲ ਜਾਵੇ। ਇੱਥੇ ਆ ਕੇ ਗੁਰੂ ਰਾਮਦਾਸ ਜੀ ਦੇ ਦਰ 'ਚ ਜਿਹੜੇ ਅਰਦਾਸ ਕਰਦੇ ਨੇ, ਮਹਾਰਾਜ ਕਿਰਪਾ ਕਰੋ, ਸਰੀਰ ਕਰਕੇ ਭਾਵੇਂ ਠੀਕ ਆ, ਸਾਰੀਆਂ ਵਸਤੂਆਂ ਸਾਡੇ ਕੋਲ ਨੇ, ਪਰ ਅੰਦਰ ਸੋਕਾ ਪਿਆ ਹੈ। ਸਾਨੂੰ ਕਿਰਪਾ ਕਰਕੇ ਸਤਿਗੁਰੂ ਨਾਮ ਦੀ ਦਾਤ ਬਖਸ਼ੋ। ਜਿਹੜੇ ਆ ਕੇ ਪ੍ਰੇਮ ਨਾਲ ਅਰਦਾਸ ਕਰਦੇ ਨੇ, ਸਰੋਵਰ 'ਚ ਇਸ਼ਨਾਨ ਕਰਦੇ, ਉਹਨਾਂ ਨੂੰ ਫਿਰ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੀ ਝੋਲੀ ਵਿੱਚ ਨਾਮਦਾਨ ਪਾਉਂਦੇ ਹਨ। ਅਬ ਸ੍ਰੀ ਨਾਨਕ ਆਦ ਜੇ ਬਾਨੀ, ਭਾਈ ਲੱਦਾ ਜੀ ਦੱਸਦੇ ਨੇ ਲਾਹੌਰ ਦੀਆਂ ਸੰਗਤਾਂ ਨੂੰ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਹੋਰ ਗੁਰੂ ਸਾਹਿਬਾਨ ਜਿਹੜੇ ਹੋਏ ਨੇ, ਉਹਨਾਂ ਸਾਰੇ ਸਤਿਗੁਰਾਂ ਦੀ ਜੋ ਬਾਣੀ ਹੈ, ਅਨੇਕ ਯਤਨ ਤੇ ਕਰ ਇੱਕ ਥਾਏ, ਗੁਰੂ ਅਰਜਨ ਦੇਵ ਸਾਹਿਬ ਜੀ ਨੇ ਅਨੇਕਾਂ ਯਤਨਾਂ ਦੇ ਨਾਲ ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਇੱਕ ਥਾਂ ਇਕੱਤਰ ਕੀਤੀ ਹੈ। ਸਹਿ ਮਿਲਾਏ ਸ਼ਬਦ ਸਮੁਦਾਏ, ਫਿਰ ਗੁਰੂ ਸਾਹਿਬ ਜੀ ਨੇ ਸਾਰੇ ਜਿਹੜੇ ਸ਼ਬਦ ਹਨ ਉਹ ਇਕੱਠੇ ਕੀਤੇ ਹਨ ਗ੍ਰੰਥ ਵਿੱਚ, ਬੀੜ ਵਿੱਚ। ਜੇ ਰਚਤ ਰੁਚਰ ਨਿਤ ਪ੍ਰਤ ਸੁਖਦਾਏ, ਨਿਤਾ ਪ੍ਰਤੀ ਬਹੁਤ ਸੁੰਦਰ ਬਾਣੀ ਸਤਿਗੁਰੂ ਰਚ ਰਹੇ ਹਨ। ਖਟਿਓ ਚਾਹਤ ਹੈ ਬੀੜ ਬਡੇਰੀ, ਕਰਨਾ ਚਾਹੁੰਦੇ ਨੇ ਸਤਿਗੁਰੂ ਜੀ ਵੱਡੀ ਬੀੜ ਤਿਆਰ ਕਰਨੀ ਗ੍ਰੰਥ ਸਾਹਿਬ ਦੀ। ਬਣਹਿ ਗ੍ਰੰਥ ਸਾਹਿਬ ਛਬ ਪਾਏ, ਫਿਰ ਗ੍ਰੰਥ ਸਾਹਿਬ ਸੁੰਦਰ ਸ਼ੋਭਾ ਪਾਉਣਗੇ। ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਸਤਿਗੁਰੂ ਇਕੱਤਰ ਕਰਕੇ ਲਿਖਵਾ ਰਹੇ ਹਨ। ਆਪ ਅਸ਼ਤ ਅਰ ਪਾਛੇ ਕਲਮੈ, ਤੇ ਆਪਣੇ ਹੁੰਦਿਆਂ ਅਤੇ ਗੁਰੂ ਸਾਹਿਬਾਨਾਂ ਦੇ ਸਰੀਰ ਤੋਂ ਬਾਅਦ ਇਸ ਕਲਯੁਗ ਦੇ ਸਮੇਂ ਅੰਦਰ ਜਿਸ ਕੋ ਪਟ ਸੁਨ ਮੋਹ ਨਾ ਸਾਏ, ਜਿਸ ਬਾਣੀ ਨੂੰ ਪੜ੍ਹ ਸੁਣ ਕੇ ਸਿੱਖ ਜਿਹੜੇ ਨੇ ਉਹ ਵਿਕਾਰਾਂ ਤੋਂ ਮੁਕਤ ਹੋਣਗੇ। ਇਹ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਹੁਤ ਵੱਡੀ ਦੂਰ ਦ੍ਰਿਸ਼ਟੀ ਸੀ। ਜਦੋਂ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਹਾਡੇ ਹੁੰਦਿਆਂ ਗ੍ਰੰਥ ਸਾਹਿਬ ਦੀ ਬੀੜ ਦੀ ਲੋੜ ਕਿਉਂ ਪਈ? ਤੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਚਨ ਸਨ, ਸ਼੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੈ ਸਭ ਨਹਿ ਦਰਸੈ। ਜਿਹੜਾ ਸਰੀਰ ਹੈ ਨਾ, ਇਹ ਸਰੀਰ ਦੇ ਹਰ ਥਾਂ ਦੇ ਉੱਤੇ ਸੰਗਤਾਂ ਦਰਸ਼ਨ ਨਹੀਂ ਕਰ ਸਕਦੀ। ਗ੍ਰੰਥ ਹਿਰਦਾ ਗੁਰ ਕੋ ਇਹ ਜਾਨੋ, ਉੱਤਮ ਹੈ ਸਭ ਕਾਲ ਰਹਿ ਹੈ। ਇੱਕ ਸਰੀਰਾਂ ਦਾ ਜਿਹੜਾ ਅੰਤਲਾ ਸਮਾਂ ਹੈ ਉਹ ਨੀਅਤ ਹੈ। ਭਾਵੇਂ ਕੋਈ ਵੀ ਅਵਤਾਰ ਪੈਗੰਬਰ ਔਲੀ ਆਏ ਨੇ, ਹਰੇਕ ਦਾ ਜਿਹੜਾ ਸਰੀਰਾਂ ਦਾ ਸਮਾਂ ਸੀ ਉਹ ਨੀਅਤ ਸੀ। ਪਰ ਜਿਸ ਗੁਰੂ ਦੇ ਲੜ ਸਤਿਗੁਰਾਂ ਨੇ ਸਾਨੂੰ ਲਾਇਆ ਉਹ ਸ਼ਬਦ ਗੁਰੂ ਸੀ। ਤੇ ਗੁਰੂ ਸਾਹਿਬ ਨੇ ਕਿਹਾ, ਸ਼ਬਦ ਗੁਰੂ ਸਦਾ ਵਾਸਤੇ ਸਦੀਵ ਕਾਲ ਰਹਿਣ ਵਾਲਾ। ਸਿੱਖੋ, ਉਦਾਸ ਹੋਣ ਵਾਲੀ ਗੱਲ ਨਹੀਂ। ਤੁਹਾਡਾ ਗੁਰੂ ਹਮੇਸ਼ਾ ਤੁਹਾਡੇ ਅੰਗ ਸੰਗ ਰਹੇਗਾ ਸ਼ਬਦ ਰੂਪ ਹੋ ਕੇ। ਤੇ ਆਪਾਂ ਬਾਣੀ 'ਚ ਬਚਨ ਵੀ ਪੜ੍ਹਦੇ ਹਾਂ ਨਾ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਉਹ ਸਦਾ ਨਾਲੇ ਇਸ ਤਰ੍ਹਾਂ ਹੈ ਕਿ ਸਿੱਖ ਦਾ ਗੁਰੂ ਸ਼ਬਦ ਗੁਰੂ ਹੈ। ਇਸ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇਹ ਬਹੁਤ ਦੂਰ ਦ੍ਰਿਸ਼ਟੀ ਰੱਖ ਕੇ ਤੇ ਸਤਿਗੁਰਾਂ ਨੇ ਗ੍ਰੰਥ ਸਾਹਿਬ ਦੀ ਬੀੜ ਆਪਣੇ ਹੁੰਦਿਆਂ ਹੀ ਤਿਆਰ ਕਰਵਾ ਦਿੱਤੀ। ਭਾਵੇਂ ਹਲੇ 5 ਜਾਮੇ 5 ਸਰੀਰ ਹੋਰ ਧਾਰਨੇ ਸੀ, ਪਰ ਉਦੋਂ ਤੋਂ ਹੀ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਬੀੜ ਦੇ ਸ਼ਬਦ ਦੇ ਲੜ ਲਾਇਆ। ਇਹ ਉੱਤਮ ਹੈ ਸਭ ਕਾਲ ਰਹਿ ਹੈ। ਨਹੀਂ ਤਾਂ ਕਿਸੇ ਨੇ ਆਪਣੇ ਗੁਰੂ ਦੇ ਦਰਸ਼ਨ ਕਰਨੇ ਹੁੰਦੇ ਨੇ, ਕੋਈ ਤਸਵੀਰ 'ਚ ਕਰਦਾ ਹੈ, ਕੋਈ ਕਿਸੇ ਰਾਹੀਂ ਯਤਨ ਰਾਹੀਂ ਉਹਨੂੰ ਧਿਆਉਂਦਾ ਹੈ,
ਤੇ ਉਹ ਸਰੀਰ ਨੂੰ ਲੱਭਦਾ ਮੈਨੂੰ ਦਰਸ਼ਨ ਹੋ ਜਾਣ। ਪਰ ਸਤਿਗੁਰਾਂ ਨੇ ਬਹੁਤ ਵੱਡੀ ਕਿਰਪਾ ਸਾਡੇ ਤੇ ਕੀਤੀ ਹੈ ਕਿ ਸਿੱਖਾ ਕਿਤੇ ਵੀ ਚਲਾ ਜਾ, ਗੁਰੂ ਦਾ ਸ਼ਬਦ ਆਪਣੇ ਹਿਰਦੇ 'ਚ ਵਸਾ, ਗੁਰ ਕੀ ਮੂਰਤ ਮਨ ਮੈਂ ਧਿਆਨ, ਤੇ ਗੁਰੂ ਹਮੇਸ਼ਾ ਤੇਰੇ ਅੰਗ ਸੰਗ ਹੋਵੇਗਾ। ਬਸ ਜਦੋਂ ਪ੍ਰੇਮ ਨਾਲ ਕਹੀਏ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਫਿਰ ਵਾਹਿਗੁਰੂ ਕਹਿੰਦਿਆਂ ਗੁਰੂ ਦੇ ਦਰਸ਼ਨ ਹੋ ਜਾਂਦੇ ਨੇ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ, ਮੂਲ ਮੰਤਰ ਗੁਰਮੰਤਰ। ਜਦੋਂ ਜਪਜੀ ਸਾਹਿਬ ਦਾ ਪਾਠ ਕੀਤਾ, ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਮੱਖਣ ਸ਼ਾਹ ਲੁਬਾਣੇ ਨੇ ਕੀਤਾ ਸੀ, ਤੇ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਦੇਖਿਆ, ਤੇ ਗੁਰੂ ਸਾਹਿਬ ਨੇ ਕਿਰਪਾ ਵੀ ਕੀਤੀ ਹੈ, ਸਾਰੇ ਕਾਰਜ ਰਾਸ ਹੋਏ। ਇਸ ਕਰਕੇ ਇਹ ਗੁਰੂ ਅਰਜਨ ਦੇਵ ਸਾਹਿਬ ਦਾ ਬੜਾ ਵੱਡਾ ਉਪਕਾਰ ਹੈ। ਭਾਈ ਲੱਦਾ ਜੀ ਲਾਹੌਰ ਦੀਆਂ ਸੰਗਤਾਂ ਨੂੰ ਦੱਸ ਰਹੇ ਨੇ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਜਗਤ ਦੀ ਕਲਿਆਣ ਵਾਸਤੇ, ਸਾਡੇ ਉਧਾਰ ਵਾਸਤੇ ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਇੱਕ ਥਾਂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰ ਰਹੇ ਨੇ, ਇੱਕ ਥਾਂ ਇਕੱਤਰ ਕਰ ਰਹੇ। ਜਿਹੜਾ ਭਾਵਨਾ ਨਾਲ ਬਾਣੀ ਨੂੰ ਪੜ੍ਹੇ ਸੁਣੇਗਾ ਉਹਦੀ ਕਲਿਆਣ ਹੋਵੇਗੀ, ਉਹਦਾ ਉਧਾਰ ਹੋਵੇਗਾ। ਗਾਡੀ ਮਗ ਸਿੱਖੀ ਵਿਸਤਾਰੀ। ਫਿਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਕਿ ਸੁਖੱਲਾ ਰਾਹ ਜਿਹੜਾ ਸੀ ਉਹ ਸਤਿਗੁਰਾਂ ਨੇ ਸਿੱਖੀ ਦਾ ਵਿਸਥਾਰ ਕੀਤਾ ਹੈ। ਨਹੀਂ ਤਾਂ ਸਾਰਿਆਂ ਦੇ ਰਸਤੇ ਬਹੁਤ ਔਖੇ ਸਨ, ਪਰ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਹੋਈ, ਸਾਨੂੰ ਸੁਖੈਨ ਮਾਰਗ ਦਿੱਤਾ ਹੈ ਭਗਤੀ ਦਾ। ਕਿਉਂਕਿ ਸਿੱਖੀ ਗੁਰੂ ਦੇ ਬਚਨਾਂ ਦੇ ਉੱਤੇ ਟਿਕਦੀ ਹੈ। ਜਿਹੜਾ ਗੁਰੂ ਦੇ ਬਚਨਾਂ ਦਾ ਧਾਰਨੀ ਹੈ ਉਹੀ ਸਿੱਖ ਹੈ। ਸਿੱਖ ਕਿਸੇ ਪਹਿਰਾਵੇ ਦਾ ਕੋਈ ਵੱਖਰਾ ਨਾਮ ਨਹੀਂ, ਸਿੱਖ ਹੈ ਗੁਰੂ ਦੇ ਉਪਦੇਸ਼ ਦਾ ਜਿਹੜਾ ਧਾਰਨੀ। ਜੋ ਗੁਰ ਕਹੈ ਸੋਈ ਭਲ ਮਾਨੋ, ਜੋ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਉਹਨੂੰ ਕਮਾ ਲਈਏ, ਜਿਨ੍ਹਾਂ ਨੇ ਕਮਾਇਆ ਉਹ ਸਿੱਖ ਕਹਾਏ। ਤੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਸਾਨੂੰ ਸੁਖਾਲਾ ਮਾਰਗ ਦਿੱਤਾ ਹੈ। ਉਹ ਸੁਖਾਲਾ ਮਾਰਗ ਕਿਹੜਾ ਹੈ? ਗੁਰੂ ਦੀ ਦਿੱਤੇ ਹੋਏ ਉਪਦੇਸ਼ ਦਾ ਮਾਰਗ ਇਹ ਸੀ, ਭੂਲੇ ਮਾਰਗ ਜਿਨਹਿ ਬਤਾਇਆ। ਤੇ ਉਹ ਮਾਰਗ ਕਿਹੜਾ ਸੀ? ਪ੍ਰੇਮਾ ਭਗਤੀ ਦਾ, ਕਿ ਸਾਰੇ ਸੰਸਾਰ ਨੂੰ ਅਕਾਲ ਪੁਰਖ ਪਰਮਾਤਮਾ ਦਾ ਸਰੂਪ ਜਾਣ ਕੇ ਪਿਆਰ ਕਰਨਾ ਤੇ ਪਰਮਾਤਮਾ ਦੀ ਭਗਤੀ ਕਰਨੀ। ਜਿਹੜਾ ਵੀ ਇਹ ਕਰਮ ਕਰੇਗਾ, ਗੁਰਦੇਵ ਕਹਿੰਦੇ ਸੰਸਾਰ ਸਾਗਰ ਤੋਂ ਸੁਖਾਲਾ ਤਰ ਜਾਵੇਗਾ। ਇਹ ਬਹੁਤ ਸੁਖਾਲਾ ਮਾਰਗ ਜਿਹੜਾ ਸਾਨੂੰ ਪ੍ਰੇਮਾ ਭਗਤੀ ਦਾ ਦਿੱਤਾ ਹੈ। ਮਨੋ ਨਿਸ਼ਾਨ ਤੁੰਗ ਸ਼ਬਦ ਧਾਰ। ਫਿਰ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਮਨੋ ਨਿਸ਼ਾਨ ਤੁੰਗ ਸ਼ਬਦ ਧਾਰ। ਤੇ ਗੁਰੂ ਸਾਹਿਬ ਜੀ ਦਾ ਉੱਚਾ ਜਿਹੜਾ ਨਿਸ਼ਾਨ ਹੈ ਉਹ ਸ਼ੋਭਾ ਪਾ ਰਿਹਾ ਹੈ। ਪਠਤ ਸੁਣਤ ਮਨ ਦ੍ਰਵਤ ਸੁਚਿਤ ਹੋਏ। ਜਿਹੜਾ ਸਾਵਧਾਨ ਮਨ ਕਰਕੇ ਇਸ ਬਾਣੀ ਨੂੰ ਪੜ੍ਹੇਗਾ ਸੁਣੇਗਾ ਸੁਚੇਤ ਹੋ ਕੇ, ਸ਼ੁਭ ਕਲਿਆਣ ਬਿਤਾਸ ਬਤਾਏ ਸੁਖਾਰ। ਉਹਦੀ ਸੋਹਣੀ ਕਲਿਆਣ ਹੋਵੇਗੀ ਤੇ ਬਤਾਏ ਸੁਖਾਰ। ਤੇ ਉਹ ਔਖੇ ਤੋਂ ਔਖਾ ਸਮਾਂ ਵੀ ਜਿਹੜਾ ਹੈ ਨਾ ਉਹਦਾ ਸੁਖਾਲਾ ਹੋ ਜਾਵੇਗਾ। ਕਿਹਦਾ ਸੁਖਾਲਾ ਹੋਵੇਗਾ? ਜਿਹੜਾ ਸੁਚੇਤ ਹੋ ਕੇ ਬਾਣੀ ਨੂੰ ਪੜ੍ਹੇਗਾ। ਇੱਕ ਹੁੰਦਾ ਹੈ ਕਿ ਆਪਾਂ ਸਮਾਂ ਥੋੜ੍ਹਾ ਬਹੁਤਾ ਕੱਢਿਆ ਤੇ ਇੱਕ ਫਾਰਮੈਲਿਟੀ ਕੀਤੀ, ਜੋ ਕੁਝ ਪੜ੍ਹ ਰਹੇ ਹਾਂ ਧਿਆਨ ਮਾਸਾ ਨਹੀਂ ਦੇਣਾ, ਕੇਵਲ ਪੜ੍ਹ ਲਿਆ। ਪਰ ਇੱਕ ਹੁੰਦਾ ਸੁਚੇਤ ਹੋ ਕੇ ਬਾਣੀ ਨੂੰ ਪੜ੍ਹਨਾ, ਇੱਕ ਇੱਕ ਅੱਖਰ ਨੂੰ ਪੜ੍ਹ ਕੇ ਉਹਨੂੰ ਸਮਝਣਾ ਕਿ ਸਾਨੂੰ ਗੁਰੂ ਸਾਹਿਬ ਨੇ ਕੀ ਉਪਦੇਸ਼ ਦਿੱਤਾ ਹੈ। ਹਰ ਰੋਜ਼ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ, ਜੇ ਸੁਚੇਤ ਹੋ ਕੇ ਕਰੀਏ ਤੇ ਇੱਕ ਨਾ ਇੱਕ ਗੱਲ ਗੁਰੂ ਦੀ ਸਮਝਾਈ ਹੋਈ ਜ਼ਰੂਰ ਸਾਡੇ ਚਿੱਤ 'ਚ ਵਸੇਗੀ ਕਿ ਗੁਰੂ ਸਾਹਿਬ ਸਾਨੂੰ ਇੱਥੇ ਸਿੱਖਿਆ ਦੇ ਰਹੇ। ਜਿਹੜਾ ਵੀ ਸੁਚੇਤ ਹੋ ਕੇ ਬਾਣੀ ਨੂੰ ਪੜ੍ਹੇਗਾ ਉਹਦਾ ਸਾਰਾ ਸਮਾਂ ਸੁਖਾਲਾ ਬਤੀਤ ਹੋਵੇਗਾ। ਭਾਵੇਂ ਔਖੀ ਘੜੀ 'ਚੋਂ ਵੀ ਲੰਘਣਾ ਪਵੇ, ਪਰ ਉਹਨੂੰ ਉਹ ਔਖੀ ਘੜੀ ਔਖਾ ਸਮਾਂ ਔਖਾ ਨਹੀਂ ਲੱਗੇਗਾ। ਕਦੋਂ? ਜਦੋਂ ਸੁਚੇਤ ਹੋ ਕੇ ਬਾਣੀ ਦਾ ਪੱਲਾ ਫੜ ਲਏਗਾ। ਕਿਉਂਕਿ ਇਹ ਬਾਣੀ ਮਨ ਨੂੰ ਧੀਰਜ ਦੇਣ ਵਾਲੀ ਹੈ। ਵੱਡੇ ਤੋਂ ਵੱਡੀ ਮੁਸੀਬਤ ਵਿੱਚੋਂ ਵੀ ਬਾਣੀ ਸਾਨੂੰ ਕੱਢਣ ਵਾਲੀ। ਇਸ ਲਈ ਜਿਹੜਾ ਸੁਚੇਤ ਹੋ ਕੇ ਪੜ੍ਹੇਗਾ ਉਹ ਸੁਖਾਲਾ ਹੋਵੇਗਾ। ਸ਼ੁਭ ਕਲਿਆਣ ਬਤਾਏ ਸੁਖਾਰ। ਹਾਂਜੀ, ਸਿੱਖ ਸਿਮਰ ਸਤਨਾਮ ਸੁਖਾਰੀ। ਸਿੱਖ ਜਿਹੜੇ ਹਨ ਉਹ ਸਿਮਰਦੇ ਹਨ। ਤੇ ਸੁਖਾਲਾ ਕੀ ਹੈ? ਸਤਨਾਮ। ਇਹ ਕਿੰਨਾ ਸੁਖਾਲਾ ਮਾਰਗ ਹੈ, ਪਰ ਹੈ ਵੀ ਬਹੁਤ ਔਖਾ ਵੀ ਹੈ। ਆਖਣ ਔਖਾ ਸਾਚਾ ਨਾਮ। ਤੇ ਸੁਖਾਲਾ ਇਸ ਕਰਕੇ ਹੈ ਕਿ ਸਾਨੂੰ ਬਹੁਤੇ ਕਰਮ ਕਾਂਡ ਕਰਨ ਦੀ ਲੋੜ ਨਹੀਂ। ਕਿਸ ਤਰ੍ਹਾਂ ਕਰੋ, ਉਸ ਤਰ੍ਹਾਂ ਕਰੋ। ਆਹ ਵਾਰ ਜਿਹੜਾ ਚੰਗਾ ਹੈ, ਫਲਾਣੀ ਥਾਂ ਚੰਗੀ ਹੈ, ਫਲਾਣੀ ਵਸਤੂ ਚੰਗੀ ਹੈ, ਇਸ ਤਰ੍ਹਾਂ ਨਹੀਂ। ਜਿੱਥੇ ਬਹਿ ਕੇ ਕਹੀਏ ਸਤਨਾਮ ਸ਼੍ਰੀ ਵਾਹਿਗੁਰੂ, ਉਹ ਥਾਂ ਪਵਿੱਤਰ ਹੈ, ਉਹ ਹਿਰਦਾ ਪਵਿੱਤਰ ਹੈ, ਉਹ ਘਰ ਪਵਿੱਤਰ ਹੈ। ਗੁਰੂ ਸਾਹਿਬ ਦਾ ਉਪਦੇਸ਼ ਆਪਾਂ ਬਾਣੀ 'ਚ ਪੜ੍ਹਦੇ ਹਾਂ ਕਿ ਜਿੱਥੇ ਨਾਮ ਜਪਿਆ ਜਾਂਦਾ ਹੈ ਸੇ ਅਸਥਲ ਸੋਇਨ ਚੌਬਾਰੇ। ਉਹ ਥਾਂ, ਉਹ ਚੁਬਾਰੇ ਜਿਹੜੇ ਨੇ ਸ਼ੋਭਾ ਵਾਲੇ, ਭਾਗਾਂ ਵਾਲੇ ਹੋ ਜਾਂਦੇ। ਇਸ ਲਈ ਬੜਾ ਸੁਖਾਲਾ ਜਿਹੜਾ ਰਾਹ ਸਤਿਗੁਰਾਂ ਨੇ ਸਤਨਾਮ ਪਰਮੇਸ਼ਰ ਦੇ ਨਾਮ ਦਾ ਸਾਨੂੰ ਦਿੱਤਾ ਹੈ। ਸਕਲ ਸੁਖਨ ਲਹੈ ਸ਼੍ਰੇ ਉਦਾਰ। ਤੇ ਸੌਖੀ ਹੀ ਜਿਹੜੀ ਹੈ ਨਾਮ ਜਪਣ ਦੇ ਨਾਲ ਕਲਿਆਣ ਹੋਵੇਗੀ।
ਇਹ ਕਲਯੁਗ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਮਾਰਗ ਦਿਖਾਇਆ ਹੈ। ਸਾਧ ਸੰਗਤ, ਹੋਰ ਯੁੱਗਾਂ ਦੇ ਵਿੱਚ ਆਪੋ ਆਪਣੇ ਕਰਮ ਪ੍ਰਧਾਨ ਸਨ। ਜਿਸ ਤਰ੍ਹਾਂ ਸਤਿਯੁਗ ਸਤ ਤੇਤਾ ਜੱਗੀ, ਤ੍ਰੇਤੇ ਵਿੱਚ ਜੱਗ ਪ੍ਰਧਾਨ ਸਨ, ਜੱਗ ਕੀਤੇ ਜਾਂਦੇ ਸੀ ਪਰਮਾਤਮਾ ਦੀ ਖੁਸ਼ੀ ਲਈ। ਤ੍ਰੇਤਾ ਜਿਹੜਾ ਸਤਿਯੁਗ ਸਤ ਤੇਤਾ ਜੱਗੀ ਦੁਆਪਰ ਪੂਜਾ ਚਾਰ, ਤੀਨੋਂ ਯੁੱਗ ਤੀਨੋਂ ਦੜੇ ਕਲ ਕੇਵਲ ਨਾਮ ਆਧਾਰ। ਕਲਯੁਗ ਵਿੱਚ ਜਿਹੜੇ ਨਾਮ ਜਪਣਗੇ ਉਹਨਾਂ ਦਾ ਹੀ ਉਧਾਰ ਹੋਵੇਗਾ। ਅਬ ਕਲੂ ਆਇਓ ਰੇ, ਇੱਕ ਨਾਮ ਬੋਵਹੁ ਬੋਵਹੁ, ਅਨ ਰੂਤ ਨਾਹੀ ਮਤ ਭਰਮ ਭੂਲੋ ਭੂਲ। ਹੁਣ ਜਿਹੜੀ ਰੁੱਤ ਹੋਵੇ ਉਹ ਬੀਜ ਬੀਜਿਆ ਫਲੀ ਭੂਤ ਹੁੰਦਾ ਹੈ, ਤੇ ਜੇ ਰੋਤੀ ਹੋਰ ਕੋਈ ਸੀ ਤੇ ਗੁਰਦੇਵ ਕਹਿੰਦੇ ਕੁਰਤਾ ਬੀਜ ਬੀਜਾ ਨਹੀਂ ਜੰਮੇ। ਜੇ ਰੁੱਤ ਹੋਰ ਹੈ ਤੇ ਬੀਜ ਹੋਰ ਸੁੱਟ ਦਈਏ ਤੇ ਉਹ ਜੰਮਦਾ ਨਹੀਂ। ਸਭ ਲਾਹਾ ਮੂਲ ਗਵਾਏਂਦਾ, ਸਗੋਂ ਜਿਹੜਾ ਬੀਜ ਹੁੰਦਾ ਹੈ ਉਹ ਵੀ ਵਿਅਰਥਾ ਗਿਆ ਤੇ ਬੰਦੇ ਦਾ ਸਮਾਂ ਵੀ ਜਿਹੜਾ ਉਹ ਖਰਾਬ ਹੋ ਗਿਆ। ਇਸ ਲਈ ਇਹ ਹੁਣ ਕਲਯੁਗ ਦਾ ਸਮਾਂ ਹੈ, ਇਸ ਵਿੱਚ ਜਿਹੜੇ ਨਾਮ ਜਪਣਗੇ ਉਹਨਾਂ ਦੀ ਹੀ ਕਲਿਆਣ ਹੋਵੇਗੀ। ਹੁਣ ਔਖੇ ਮਾਰਗ ਔਖੇ ਕਰਮ ਕਰਨੇ ਧਰਮ ਦੇ, ਉਹਨਾਂ ਦਾ ਹੁਣ ਸਮਾਂ ਨਹੀਂ। ਬਸ ਜਿਹੜਾ ਨਾਮ ਜਪੇ ਤੇ ਨਾਮ ਜਪਣਾ, ਮਹਾਰਾਜ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ, ਊਠਤ ਬੈਠਤ ਹਰੇ ਹਰ ਗਾਈਏ, ਮਾਰਗ ਚਲਤ ਹਰੇ ਹਰ ਗਾਈਏ, ਊਠਤ ਬੈਠਤ ਸੋਵਤ ਨਾ। ਆਪਣੇ ਕੰਮ ਕਰਦਿਆਂ, ਧੰਦੇ ਤੇ ਜਾਂਦਿਆਂ, ਕਿਰਤ ਕਰਦਿਆਂ, ਕਿਤੇ ਵੀ ਬੈਠੇ ਹਾਂ ਬਸ ਸੁਰਤ ਕਰਕੇ ਜੇ ਗੁਰੂ ਉਪਦੇਸ਼ ਨਾਲ ਜੁੜੇ ਰਹੀਏ, ਮਹਾਰਾਜ ਦੀ ਬਾਣੀ ਚਿੱਤ ਕਰਕੇ ਪੜ੍ਹੀ ਜਾਈਏ, ਜੇ ਸਮਾਂ ਮਿਲੇ ਇਹਦੇ ਨਾਲ ਹੀ ਜਿਹੜਾ ਹੈ ਉਹ ਛੁਟਕਾਰਾ ਹੋਵੇਗਾ, ਸੁਖਾਲੀ ਕਲਿਆਣ ਹੋਵੇਗੀ। ਕਰਾਮਾਤ ਜਾਹਰ ਜਿਸਮੈ, ਜਿਸ ਬਾਣੀ ਦੇ ਵਿੱਚ ਪ੍ਰਤੱਖ ਕਰਾਮਾਤ ਵਰਤ ਰਹੀ ਹੈ, ਨਿਤ ਕਰਤ ਗੁਰੂ ਅਬ ਇਹ ਉਪਕਾਰ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵੱਡਾ ਪਰਉਪਕਾਰ ਸਾਡੇ ਤੇ ਕਰ ਰਹੇ ਨੇ। ਭਾਈ ਲੱਦਾ ਜੀ ਲਾਹੌਰ ਦੀਆਂ ਸਿੱਖ ਸੰਗਤਾਂ ਨੂੰ ਖੁਸ਼ੀ ਦੇ ਵਿੱਚ ਇਹ ਸਾਰੀ ਸਿੱਖਿਆ ਸੁਣਾ ਰਹੇ, ਜੋ ਕੁਝ ਇੱਥੇ ਅੰਮ੍ਰਿਤਸਰ ਦੇ ਕੇ ਗਏ ਨੇ ਸੰਗਤ ਨੂੰ ਸੁਣਾ ਰਹੇ ਹਨ। ਭਗਤ ਬ੍ਰਿੰਦ ਆਵਤ ਨਿਤ ਪ੍ਰਤ ਢਿਗ, ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਹਰ ਰੋਜ਼ ਨਿਤਾ ਪ੍ਰਤੀ ਭਗਤ ਸਹਿਬਾਨ ਵੀ ਚੱਲ ਕੇ ਆਉਂਦੇ ਨੇ। ਸੋ ਬਾਣੀ ਨਿਜ ਨਹੀਂ ਬਣਾਈ, ਉਹ ਭਗਤ ਜਨ ਨਵੀਂ ਤੋਂ ਨਵੀਂ ਬਾਣੀ ਜਿਹੜੀ ਹੈ ਉਹ ਸਤਿਗੁਰਾਂ ਨੂੰ ਬਣਾ ਕੇ ਤੇ ਇਹ ਸ਼ਬਦ ਆਪਣੇ ਦਿੰਦੇ ਹਨ। ਪ੍ਰਥਮ ਸ਼ਬਦ ਵਿੱਚ ਰਾਗ ਗੁਰਨ ਕੇ, ਸਭ ਤੋਂ ਪਹਿਲਾਂ ਜਦੋਂ ਗੁਰੂ ਸਾਹਿਬ ਜੀ ਰਾਗ ਦੀ ਰਮਤਾ ਕਰਦੇ ਨੇ ਨਾ, ਤੇ ਉਹਨਾਂ ਰਾਗਾਂ ਦੇ ਵਿੱਚ ਗੁਰੂ ਸਾਹਿਬਾਨਾਂ ਦੇ ਸ਼ਬਦ ਲਿਖਾਉਂਦੇ। ਜਦੋਂ ਵੀ ਆਪ ਜੀ ਕੋ ਰਾਗ ਪੜ੍ਹੋ, ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਿਹੜੀ ਬੀੜ ਲਿਖਵਾਈ, 30 ਰਾਗ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਲਿਖਵਾਏ ਨੇ, ਸ੍ਰੀ ਰਾਗ ਤੋਂ ਲੈ ਕੇ ਪ੍ਰਭਾਤੀ ਤੱਕ। ਜਦੋਂ ਵੀ ਰਾਗ ਦੀ ਰਮਤਾ ਹੁੰਦੀ ਹੈ ਤੇ ਪਹਿਲਾਂ ਗੁਰੂ ਸਾਹਿਬਾਨਾਂ ਦੀ ਬਾਣੀ ਆਉਂਦੀ, ਸੋਰਠ ਮਹੱਲਾ ਪਹਿਲਾ, ਫਿਰ ਦੂਜਾ, ਫਿਰ ਤੀਸਰੇ ਪਾਤਸ਼ਾਹ ਦੀ ਬਾਣੀ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਸ਼ਬਦ, ਤੇ ਗੁਰੂ ਅਰਜਨ ਦੇਵ ਸਾਹਿਬ ਦੀ ਬਾਣੀ ਫਿਰ ਆਪਣੀ ਪੰਜਵੇਂ ਥਾਂ ਤੇ ਇਉਂ ਗੁਰੂ ਸਾਹਿਬਾਨ ਮਹਾਰਾਜ ਜੀ ਨੇ ਜਿਹੜਾ ਵੀ ਰਾਗ ਆਰੰਭ ਕੀਤਾ, ਪਹਿਲਾਂ ਗੁਰੂ ਸਾਹਿਬਾਨਾਂ ਦੀ ਬਾਣੀ ਲਿਖਵਾਈ ਹੈ। ਸੋ ਬਾਣੀ ਨਿਜ ਨਹੀਂ ਬਣਾਏ, ਤੇ ਉਹ ਭਗਤ ਜਨ ਜਿਹੜੀ ਹੈ ਆਪਣੀ ਨਵੀਂ ਬਾਣੀ ਹਰ ਰੋਜ਼ ਬਣਾਉਂਦੇ ਹਨ। ਪਿਛੇ ਭਗਤ ਆਪਣ ਲਿਖਵਾਏ, ਗੁਰੂ ਸਾਹਿਬਾਨਾਂ ਤੋਂ ਬਾਅਦ ਭਗਤ ਜਨ ਆਪਣੀ ਬਾਣੀ ਦਰਜ ਕਰਵਾਉਂਦੇ ਹਨ, ਲਿਖਵਾਉਂਦੇ ਹਨ। ਲਿਖਿਓ ਗਇਓ ਬਹੁ ਤਨਕ ਰਹਿਓ ਅਬ, ਬਹੁਤੀ ਬੀੜ ਜਿਹੜੀ ਆ ਉਹ ਲਿਖੀ ਗਈ ਹੈ ਤੇ ਥੋੜਾ ਜਿਹੜਾ ਪਾਠ ਹੈ ਉਹ ਬਾਕੀ ਰਹਿ ਗਿਆ ਹੈ। ਇਸੀ ਖਿਆਲ ਮੈਂ ਗੁਰ ਇਸੇ ਖਿਆਲ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਪਰਚੇ ਰਹਿੰਦੇ ਨੇ, ਕਿਉਂਕਿ ਲਾਹੌਰ ਦੀ ਸੰਗਤ ਪੁੱਛ ਰਹੀ ਹੈ ਕਿ ਗੁਰੂ ਸਾਹਿਬ ਜੀ ਦਾ ਬਿਰਤਾਂਤ ਸੁਣਾਓ, ਤੇ ਭਾਈ ਲੱਦਾ ਜੀ ਨੇ ਸਾਰੀ ਗੱਲ ਅੰਮ੍ਰਿਤਸਰ ਦੀ ਲਾਹੌਰ ਜਾ ਕੇ ਦੱਸੀ ਹੈ। ਪੁਰ ਮੈਂ ਲੱਦੇ ਸਕਲ ਸੁਣਾਈ, ਲਾਹੌਰ ਦੀਆਂ ਸਿੱਖ ਸੰਗਤਾਂ ਨੇ ਭਾਈ ਲੱਦਾ ਜੀ ਪਾਸੋਂ ਇਹ ਸਾਰੀ ਗੱਲ ਸੁਣੀ ਹੈ। ਸੁਣ ਸੁਣ ਜਹਜ ਕਹਿ ਭੀ ਬਿਦਤਾਈ, ਤੇ ਇਹ ਗੱਲ ਜਿਹੜੀ ਸੀ ਭਾਈ ਲੱਦਾ ਜੀ ਦੀ ਸੁਣਾਈ ਹੋਈ ਸਾਰੀ ਜਗ੍ਹਾ ਪ੍ਰਗਟ ਹੋ ਗਈ, ਕਿਉਂਕਿ ਅੱਜ ਵਾਲਾ ਤੇ ਸਮਾਂ ਹੈ ਨਹੀਂ ਸੀ। ਕਿਉਂਕਿ ਹੁਣ ਬੰਦਾ ਕੋਈ ਕੰਮ ਇੱਥੇ ਬੈਠ ਕੇ ਕਰੇ ਤੇ ਸੋਸ਼ਲ ਮੀਡੀਆ ਰਾਹੀਂ ਆਲ ਵਰਲਡ ਦੇ ਵਿੱਚ ਉਹ ਗੱਲ ਚਲੀ ਜਾਂਦੀ, ਪਰ ਪਹਿਲਾ ਸਮਾਂ ਸੀ ਸਿੱਖ ਸੰਗਤਾਂ ਨੇ ਆਉਣਾ, ਜੋ ਕੁਝ ਇੱਥੋਂ ਸੁਣਨਾ ਤੇ ਫਿਰ ਆਪਣੇ ਨਗਰਾਂ ਦੇ ਵਿੱਚ ਜਾ ਕਰਕੇ ਉਹ ਸਾਰੀ ਗੱਲਬਾਤ ਸੁਣਾਉਣੀ। ਇਸ ਤਰ੍ਹਾਂ ਭਾਈ ਲੱਦਾ ਜੀ ਨੇ ਅੰਮ੍ਰਿਤਸਰ ਦੇਖਿਆ ਕਿ ਗੁਰੂ ਅਰਜਨ ਦੇਵ ਸਾਹਿਬ ਭਾਈ ਗੁਰਦਾਸ ਸਾਹਿਬ ਪਾਸੋਂ ਬਾਣੀ ਲਿਖਵਾ ਰਹੇ ਨੇ, ਸ਼੍ਰੀ ਗ੍ਰੰਥ ਸਾਹਿਬ ਦੀ ਬੀੜ ਬਹੁਤੀ ਬਾਣੀ ਲਿਖਵਾ ਲਈ ਹੈ, ਥੋੜ੍ਹੀ ਜਿਹੀ ਬਾਣੀ ਬਾਕੀ ਰਹਿੰਦੀ ਹੈ ਲਿਖਵਾਉਣ ਵਾਲੀ। ਇਹ ਗੱਲ ਜਿਹੜੀ ਸੀ ਸਾਰੇ ਲਾਹੌਰ ਵਿੱਚ ਪ੍ਰਗਟ ਹੋਈ, ਫੈਲ ਗਈ ਹੈ। ਲਵਪੁਰ ਤਿਸੀ ਸਮੇਂ ਮਹਿ ਹੋਤੇ, ਲਾਹੌਰ ਦੇ ਵਿੱਚ ਉਸ ਸਮੇਂ ਚਤੁਰ ਭਗਤ ਸ਼ੁਭ ਪੰਥ ਮਝਾਰ, ਆਪਣੇ ਆਪ ਦੇ ਵਿੱਚ ਸੋਹਣੇ ਮਾਰਗ ਤੇ ਤੁਰਨ ਵਾਲੇ 4 ਭਗਤ ਰਹਿੰਦੇ ਸਨ। ਸਾਧ ਸੰਗਤ, ਭਗਤ ਵੀ ਜਿਹੜੇ ਹਨ ਉਹ ਕਿਹੜੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਦਰ ਤੇ ਪ੍ਰਵਾਨ ਹੋਏ, ਜਿਨ੍ਹਾਂ ਭਗਤ ਜਨਾਂ ਨੇ
ਆਪਣਾ ਆਪ ਅਕਾਲ ਪੁਰਖ ਨੂੰ ਸਮਰਪਣ ਕਰ ਦਿੱਤਾ ਹੈ। ਜਦੋਂ ਸਮਰਪਣ ਦੀ ਗੱਲ ਆਉਂਦੀ ਹੈ ਨਾ, ਫਿਰ ਤਨਕ ਜਿੰਨਾ ਵੀ ਉਹਦੇ ਵਿੱਚ ਆਪਣੀ ਆਪਣਤ ਮੈਂ ਮੇਰੀ ਨਹੀਂ ਰਹਿ ਜਾਂਦੀ। ਉੱਥੇ ਫਿਰ ਤੂੰ ਕਰਦਿਆਂ ਉਹਦੇ ਵਿੱਚ ਹੀ ਅਭੇਦ ਹੋ ਜਾਈਦਾ। ਅਤੇ ਉਹਨਾਂ ਦੀ ਬਾਣੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ਼੍ਰੀ ਗ੍ਰੰਥ ਸਾਹਿਬ ਦੀ ਬੀੜ ਵਿੱਚ ਦਰਜ ਕੀਤੀ, ਪਰ ਜਿਹਦੇ ਵਿੱਚ ਥੋੜ੍ਹੀ ਬਹੁਤੀ ਵੀ ਆਪਣਤ ਰਹਿ ਗਈ, ਮੈਂ ਮੇਰੀ ਰਹਿ ਗਈ। ਜਿਸ ਤਰ੍ਹਾਂ ਆਪਾਂ ਕਹਿੰਦੇ ਆਪਾਂ ਆਹ ਕੀਤਾ, ਆਪਾਂ ਉਹ ਕੀਤਾ, ਆਪਾਂ ਆਹ ਕਰ ਸਕਦੇ ਹਾਂ, ਆਹ ਸੇਵਾ ਮੈਂ ਹੀ ਕਰਦਾ, ਜਿਹਦੇ ਵਿੱਚ ਆਪਣੀ ਮੋਹਰ ਲਾ ਦਿੱਤੀ, ਉਹਦੇ ਵਿੱਚ ਫਿਰ ਗੁਰੂ ਨੂੰ ਦੂਰ ਕਰ ਦਿੱਤਾ, ਅਕਾਲ ਪੁਰਖ ਨੂੰ ਦੂਰ ਕੀਤਾ। ਸਗੋਂ ਸੇਵਾ ਕਰਕੇ, ਭਗਤੀ ਕਰਕੇ, ਸਿਮਰਨ ਕਰਕੇ ਤਾਂ ਆਪਣੀ ਹਉਮੈ ਨੂੰ ਦੂਰ ਕਰੀਦਾ। ਪਰ ਜਿੱਥੇ ਹਉਮੈ ਰਹਿ ਜਾਵੇ ਤੇ ਗੁਰਦੇਵ ਕਹਿੰਦੇ ਫਿਰ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਥਾਈਂ। ਇਹ ਦੋ ਚੀਜ਼ਾਂ ਦਾ ਆਪਸੀ ਵਿਰੋਧ ਹੈ। ਜਿੱਥੇ ਮੈਂ ਹੈ ਉੱਥੇ ਤੂੰ ਨਹੀਂ, ਜਿੱਥੇ ਤੂੰ ਆ ਗਿਆ ਉੱਥੇ ਮੈਂ ਨਹੀਂ। ਪਰ ਇੱਥੇ ਉਹਨਾਂ ਦੀਆਂ ਝੋਲੀਆਂ ਭਰੀਆਂ ਨੇ ਜਿਨ੍ਹਾਂ ਨੇ ਆ ਕੇ ਤੂੰ ਦੀ ਗੱਲ ਕੀਤੀ ਕਿ ਅਸੀਂ ਅਲਪਾਗਾਂ, ਸਾਨੂੰ ਕੋਈ ਸਮਝ ਨਹੀਂ, ਤੇਰੇ ਦਰ ਦੇ ਉੱਤੇ ਅਸੀਂ ਤੇਰੀਆਂ ਬਖਸ਼ਿਸ਼ਾਂ ਲੈਣ ਆਏ ਹਾਂ। ਜੋ ਉਪਦੇਸ਼ ਤੂੰ ਦਵੇਂ ਦਾਤਾ, ਕਿਰਪਾ ਕਰਕੇ ਇੰਨੀ ਰਹਿਮਤ ਕਰੀ ਕਿ ਉਹ ਉਪਦੇਸ਼ ਨੂੰ ਅਸੀਂ ਕਮਾ ਸਕੀ। ਕੁਝ ਲਾਹੌਰ ਦੇ ਵਿੱਚ ਆਪਣੇ ਆਪ ਦੇ ਵਿੱਚ ਕਹਾਉਂਦੇ ਸਨ, ਭਗਤ ਉਹ ਚਾਰ ਰਹਿੰਦੇ ਹਨ, ਇੱਕ ਕਾਨਾ ਛੱਜੂ ਕਹਿ ਦੂਜੋ। ਇਹਨਾਂ ਦਾ ਨਾਮ ਇਸ ਤਰ੍ਹਾਂ ਸੰਗਤ ਜੀ, ਇੱਕ ਕਾਨਾ ਸੀ, ਇੱਕ ਛੱਜੂ ਸੀ, ਦੂਜਾ ਭਗਤ ਸ਼ਾਹ ਹੁਸੈਨ ਸੋ ਪੀਲੋ ਚਾਰ। ਤੀਜਾ ਭਗਤ ਸੀ ਸ਼ਾਹ ਹੁਸੈਨ, ਚੌਥਾ ਸੀ ਪੀਲੋ। ਇਹ ਚਾਰਾਂ ਦੇ ਨਾਮ ਨੇ। ਪਹਿਲਾ ਨਾਮ ਹੈ ਕਾਨਾ, ਦੂਜਾ ਹੈ ਛੱਜੂ, ਤੀਜਾ ਹੈ ਸ਼ਾਹ ਹੁਸੈਨ, ਚੌਥਾ ਹੈ ਪੀਲੋ। ਇਹ ਚਾਰ ਆਪਣੇ ਆਪ ਵਿੱਚ ਭਗਤ ਕਹਾਉਂਦੇ ਸੀ। ਕਿਸ ਤਰ੍ਹਾਂ ਚੰਗਾ ਪਹਿਰਾਵਾ ਪਾ ਲੈਣਾ, ਦੂਜਿਆਂ ਨੂੰ ਇਹ ਦੱਸਣਾ ਕਿ ਆਪਾਂ ਭਗਤੀ ਕਰ ਰਹੇ ਹਾਂ ਅਤੇ ਆਪਾਂ ਭਗਤੀ ਕਰਕੇ ਮੁਕਤ ਹੋ ਗਏ। ਹੁਣ ਲੋਕ ਸਾਡੇ ਕੋਲ ਆ ਕੇ ਉਪਦੇਸ਼ ਲੈਣ ਅਤੇ ਜਿਹੜਾ ਲਵੇਗਾ ਅਤੇ ਉਹ ਵੀ ਮੁਕਤ ਹੋਵੇਗਾ। ਇਸ ਤਰ੍ਹਾਂ ਦੀ ਇਹਨਾਂ ਦੀ ਬਿਰਤੀ ਸੀ। ਇਹ ਚਾਰਾਂ ਦੀ ਬਿਸਰਿਓ ਗੁਰ ਬਿਰਤਾਂਤ ਨਗਰ ਮਹਿ। ਸਾਰੇ ਲਾਹੌਰ ਦੇ ਵਿੱਚ ਗੁਰੂ ਸਾਹਿਬ ਜੀ ਦਾ ਇਹ ਬਿਰਤਾਂਤ ਪ੍ਰਗਟ ਹੋਇਆ, ਇਹ ਗੱਲ ਫੈਲ ਗਈ। ਇਨਹਿ ਸੁਣਿਓ ਤਬ ਸਰਬ ਪ੍ਰਕਾਰ। ਜਦੋਂ ਇਹਨਾਂ ਨੇ ਸਾਰੀ ਗੱਲ ਚਾਰ ਭਗਤਾਂ ਨੇ ਸੁਣੀ ਹੈ, ਭਗਤ ਨ ਬਾਣੀ ਲਿਖੀ ਗ੍ਰੰਥ ਮੈਂ। ਕੀ ਸੁਣਿਆ ਕਿ ਸ਼੍ਰੀ ਗ੍ਰੰਥ ਸਾਹਿਬ ਦੀ ਬੀੜ ਜਿਹੜੀ ਗੁਰੂ ਸਾਹਿਬ ਲਿਖਵਾ ਰਹੇ ਨੇ ਨਾ, ਇਸ ਬੀੜ ਦੇ ਵਿੱਚ ਗੁਰੂ ਸਾਹਿਬ ਜੀ ਨੇ ਭਗਤਾਂ ਦੀ ਬਾਣੀ ਚੜਾਈ ਹੈ। ਇਮ ਸੁਣ ਇਨਕੈ ਸ਼ੋਭ ਉਦਾਰ। ਇਹ ਗੱਲ ਸੁਣ ਕੇ ਇਹਨਾਂ ਚਾਰਿਆਂ ਦੇ ਮਨ ਵਿੱਚ ਬੜਾ ਦੁੱਖ ਲੱਗਾ। ਉਹ ਦੁੱਖ ਦਾ ਕਾਰਨ ਪਤਾ ਕੀ ਸੀ ਕਿ ਗੁਰੂ ਅਰਜਨ ਦੇਵ ਸਾਹਿਬ ਬਾਣੀ ਗੁਰੂ ਸਾਹਿਬਾਨਾਂ ਦੀ ਲਿਖਵਾ ਰਹੇ ਨੇ ਅਤੇ ਭਗਤਾਂ ਦੀ ਵੀ ਲਿਖਵਾ ਰਹੇ ਨੇ। ਪਰ ਹੁਣ ਉਹਨਾਂ ਭਗਤਾਂ ਦੀ ਬਾਣੀ ਲਿਖੀ ਜਾਣੀ ਹੈ ਅਤੇ ਲੋਕਾਂ ਵਿੱਚ ਇਹ ਗੱਲ ਪ੍ਰਗਟ ਹੈ ਕਿ ਅਸੀਂ ਵੀ ਭਗਤ ਹਾਂ। ਕਾਨਾ ਕਹਿੰਦਾ ਮੈਂ ਭਗਤ ਹਾਂ, ਛੱਜੂ ਕਵੇ ਮੈਂ, ਪੀਲੋ ਅਤੇ ਸ਼ਾਹ ਹੁਸੈਨ ਕਿ ਅਸੀਂ ਵੀ ਭਗਤ ਹਾਂ। ਅਤੇ ਜੇ ਸਾਡੇ ਕੋਈ ਸ਼ਬਦ ਦਰਜ ਨਾ ਹੋਏ ਅਤੇ ਲੋਕਾਂ ਨੇ ਕਹਿਣਾ ਤੁਸੀਂ ਕਾਹਦੇ ਭਗਤ ਹੋ। ਗੁਰੂ ਅਰਜਨ ਦੇਵ ਸਾਹਿਬ ਪ੍ਰਤੱਖ ਹਰ ਨੇ ਅਤੇ ਉਹਨਾਂ ਨੇ ਉਹਨਾਂ ਭਗਤਾਂ ਦੀ ਬਾਣੀ ਚੜ੍ਹਾ ਦਿੱਤੀ ਜਿਹੜੇ ਵਾਕਈ ਭਗਤ ਸਨ, ਪਰ ਤੁਸੀਂ ਕਿਉਂ ਰਹਿ ਗਏ। ਇਹ ਗੱਲ ਸੁਣ ਕੇ ਇਹਨਾਂ ਦੇ ਮਨ ਨੂੰ ਬੜਾ ਦੁੱਖ ਲੱਗਾ ਹੈ। ਸ਼੍ਰੀ ਨਾਨਕ ਗਾਦੀ ਪਰ ਬੈਠੇ। ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬਿਰਾਜਮਾਨ ਹਨ। ਸ਼੍ਰੀ ਅਰਜਨ ਪ੍ਰਤਾਪ ਮਹਾਨ। ਗੁਰੂ ਨਾਨਕ ਸਾਹਿਬ ਦੀ ਜੋਤ ਪੰਜਵੇਂ ਥਾਂ ਤੇ ਪੰਜਵੇਂ ਸਰੀਰ ਵਿੱਚ ਵਰਤ ਰਹੀ ਹੈ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਜਗਤ ਵਿੱਚ ਬੜਾ ਪ੍ਰਤਾਪ ਹੈ। ਸਮਤਵੰਤ ਸਰਬੱਗ ਸਧੀਰਜ। ਹਾਂ, ਉਹ ਸਤਿਗੁਰੂ ਸਮਤਵੰਤ ਨੇ, ਅੰਤਰਜਾਮੀ ਨੇ, ਧੀਰਜ ਵਾਲੇ ਹਨ। ਸਤਿਗੁਣ ਕਹਿ ਲਾ ਕਰੈ ਬਖਾਨ। ਇਹ ਸਾਰੇ ਗੁਣ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵਿੱਚ ਨੇ ਤੇ ਸਾਰੇ ਲੋਕ ਕਹਿੰਦੇ ਹਨ। ਅਪਰ ਭਗਤ ਜੇ ਸਰਬ ਹਕਾਰੇ। ਜੇ ਹੋਰ ਭਗਤ ਗੁਰੂ ਅਰਜਨ ਦੇਵ ਸਾਹਿਬ ਨੇ ਬੁਲਾਏ ਹਨ, ਮੈਂ ਹਕਾਰਨ ਕਿਉਂ ਨਹਿ ਠਾਣ। ਫਿਰ ਗੁਰੂ ਅਰਜਨ ਦੇਵ ਸਾਹਿਬ ਨੇ ਸਾਨੂੰ ਕਿਉਂ ਨਹੀਂ ਬੁਲਾਇਆ। ਇਹਨਾਂ ਦੇ ਆਪਸ ਵਿੱਚ ਵਾਰਤਾਲਾਪ ਹੋਣ ਲੱਗੀ, ਕਿਉਂਕਿ ਗੱਲ ਲਾਹੌਰ 'ਚ ਫੈਲ ਗਈ ਨਾ ਕਿ ਗੁਰੂ ਅਰਜਨ ਦੇਵ ਸਾਹਿਬ ਮਨੁੱਖਤਾ ਦੀ ਕਲਿਆਣ ਵਾਸਤੇ ਬੀੜ ਲਿਖਾ ਰਹੇ। ਗੁਰੂ ਸਾਹਿਬਾਨਾਂ ਦੀ ਬਾਣੀ ਤੋਂ ਬਾਅਦ ਭਗਤਾਂ ਦੀ ਬਾਣੀ ਚੜ੍ਹਾਈ ਹੈ। ਇਹ ਆਪਸ ਵਿੱਚ ਕਹਿੰਦੇ ਨੇ ਕਿ ਗੁਰੂ ਅਰਜਨ ਦੇਵ ਸਾਹਿਬ ਨੇ ਜੇ ਸਾਰੇ ਭਗਤ ਬੁਲਾਏ, ਫਿਰ ਸਾਨੂੰ ਸਤਿਗੁਰਾਂ ਨੇ ਕਿਉਂ ਨਹੀਂ ਸੱਦਾ ਭੇਜਿਆ। ਇਹ ਕਿਆ ਕੀਨ ਵਿਚਾਰਤ ਚਿਤ ਮੈਂ। ਆਪਣੇ ਚਿੱਤ ਵਿੱਚ ਵਿਚਾਰਦੇ ਨੇ ਕਿ ਗੁਰੂ ਸਾਹਿਬ ਜੀ ਨੇ ਕੀ ਕੀਤਾ। ਭਏ ਸੰਦੇਹ ਕੁਛ ਕਰਸਵਾਨ। ਮਨ ਵਿੱਚ ਸ਼ੰਕਾ ਵੀ ਉਤਪੰਨ ਹੋਇਆ ਤੇ ਗੁੱਸਾ ਵੀ ਆਇਆ। ਧੰਨ ਹਨ ਭਾਈ ਗੁਰਦਾਸ ਸਾਹਿਬ, ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਸਾਹਿਬ, ਬੜੇ ਵਿਦਵਾਨ ਨੇ ਭਾਈ ਗੁਰਦਾਸ ਸਾਹਿਬ, ਇੰਨਾ ਮਾਣ ਗੁਰੂ ਅਰਜਨ ਦੇਵ ਸਾਹਿਬ ਨੇ ਦਿੱਤਾ। ਤੁਹਾਡੀ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੈ। ਪਰ ਜਦੋਂ ਗੱਲ ਚੱਲੀ, ਮਹਾਰਾਜ ਕਹਿੰਦੇ ਭਾਈ ਗੁਰਦਾਸ ਤੁਹਾਡੇ ਮਨ 'ਚ ਫੁਰਨਾ ਉਤਪੰਨ ਹੋਇਆ, ਲੱਗਦਾ ਲਿਆਓ ਬਾਣੀ ਤੁਹਾਡੀ ਵੀ ਚੜ੍ਹਾ ਦਈਏ। ਅਤੇ ਭਾਈ ਗੁਰਦਾਸ ਜੀ ਨੇ ਕਿਹਾ ਸੀ ਮਹਾਰਾਜ ਨਹੀਂ, ਮੈਂ ਗੁਰੂ ਸਾਹਿਬਾਨਾਂ ਦੀ ਬਾਣੀ ਦੀ ਬਰਾਬਰੀ ਮੈਥੋਂ ਹੋ ਹੀ ਨਹੀਂ ਸਕਦੀ। ਧੰਨ ਹਨ
ਇਹਨਾਂ ਦੀ ਨਿਮਰਤਾ ਦੇਖ ਕੇ ਤਾਂ ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ, ਮਹਾਰਾਜ ਕਹਿਣ ਲੱਗੇ ਫਿਰ ਤੁਹਾਡੀ ਬਾਣੀ ਬਾਣੀ ਦੀ ਕੁੰਜੀ ਹੈ, ਕੁੰਜੀ ਤੋਂ ਭਾਵ ਚਾਬੀ ਹੈ। ਜਿਹੜਾ ਤੁਹਾਡੀ ਬਾਣੀ ਨੂੰ ਪੜ੍ਹਿਆ ਕਰੇਗਾ ਉਹਨਾਂ ਕੋਲ ਹੀ ਗੁੱਝੇ ਭੇਦ ਬਾਣੀ ਦੇ ਖੁੱਲ੍ਹਿਆ ਕਰਨਗੇ। ਇਸੇ ਤਰ੍ਹਾਂ ਹੀ ਹੈ, ਕਿਤੇ ਗੁਰਬਾਣੀ ਵਿੱਚ ਟੂਕ ਮਾਤਰ ਸ਼ਬਦ ਮਿਲਦਾ ਹੈ ਤੇ ਉਹਦਾ ਵਿਸਥਾਰ ਭਾਈ ਗੁਰਦਾਸ ਜੀ ਦੀ ਬਾਣੀ ਵਿੱਚ ਮਿਲਦਾ ਹੈ। ਇਸ ਲਈ ਭਾਈ ਗੁਰਦਾਸ ਧੰਨ, ਬਾਬਾ ਬੁੱਢਾ ਸਾਹਿਬ ਧੰਨ, ਕਿ ਜਦੋਂ ਵੀ ਸੇਵਾ ਮਿਲੀ ਤੇ ਸੇਵਾ ਕਰਕੇ ਫਿਰ ਪਿੱਛੇ ਜਾ ਕੇ ਖਲੋ ਗਏ। ਫਲ ਦੀ ਬਹੁਤੀ ਆਸ ਰੱਖ ਕੇ ਅੱਗੇ ਨਹੀਂ ਖਲੋਤੇ ਕਿ ਹੁਣ ਇਹਦੇ ਬਦਲੇ ਮੈਨੂੰ ਆਹ ਮਿਲ ਜੇ। ਬਸ ਇੰਨੀ ਬੜੀ ਖੁਸ਼ੀ ਹੈ ਕਿ ਮਹਾਰਾਜ ਤੁਹਾਡੀ ਸਾਡੇ ਤੇ ਨਜ਼ਰ ਹੈ, ਤੁਸੀਂ ਸਾਨੂੰ ਕਿਰਪਾ ਕਰਕੇ ਆਪਣੇ ਚਰਨਾਂ ਦੇ ਵਿੱਚ ਤਾਂ ਲਿਆਂਦਾ ਨਾ। ਜੇ ਤੁਹਾਡੀ ਦ੍ਰਿਸ਼ਟੀ ਹੋਵੇ, ਮਿਹਰ ਹੋਵੇ ਤੇ ਤਾਂ ਹੀ ਤੁਹਾਡੀ ਨੇੜਤਾ ਮਿਲ ਸਕਦੀ ਸੀ। ਇਹ ਨਹੀਂ ਕਿ ਹੁਣ ਇਹਦੇ ਬਦਲੇ ਮੈਨੂੰ ਆਹ ਚਾਹੀਦਾ ਤੇ ਫੇਰ ਹੀ ਮੈਂ ਸੇਵਾ ਕਰਾਂਗਾ। ਮਹਾਰਾਜ ਕਹਿੰਦੇ ਉਹ ਆਸ਼ਿਕ ਤਾਂ ਕਹੇ ਨਹੀਂ ਜਾਂਦੇ। ਆਸ਼ਿਕ ਇਹ ਨਾ ਆਖੀ ਹੈ ਜੇ ਲਿਖਿਆ ਵਰਤੈ ਸੋਏ। ਜੇ ਹਿਸਾਬ ਕਿਤਾਬਾਂ 'ਚ ਹੀ ਪੈ ਗਏ ਕਿ ਮੈਂ ਸੇਵਾ ਕੀਤੀ, ਬਾਣੀ ਪੜ੍ਹੀ, ਆਹ ਨਹੀਂ ਮਿਲਿਆ, ਫਿਰ ਤਾਂ ਉਹ ਹਿਸਾਬ ਕਿਤਾਬ ਹੈ ਨਾ ਕਿ ਇਹਦੇ ਬਦਲੇ ਆਹ ਮਿਲ ਜੇ। ਤੇ ਗੁਰਦੇਵ ਕਹਿੰਦੇ ਉਹ ਆਸ਼ਿਕ ਨਹੀਂ ਹੁੰਦੇ। ਜਿਹੜਾ ਪ੍ਰੇਮੀ ਹੁੰਦਾ ਉਹ ਤਾਂ ਆਪਣਾ ਆਪ ਸਮਰਪਣ ਕਰ ਦਿੰਦਾ ਹੈ। ਤੇ ਇਹਨਾਂ ਦੇ ਮਨ ਵਿੱਚ ਗੁੱਸਾ ਆਇਆ ਕਿ ਗੁਰੂ ਸਾਹਿਬ ਨੇ ਉਹਨਾਂ ਦੀ ਬਾਣੀ ਲਿਖਵਾ ਲਈ, ਸਾਡੀ ਬਾਣੀ ਚੜ੍ਹਾਈ ਨਾ, ਸਾਨੂੰ ਬੁਲਾਇਆ ਵੀ ਨਹੀਂ। ਇਸ ਤਰ੍ਹਾਂ ਮਨ ਵਿੱਚ ਕੁਝ ਇਹਨਾਂ ਚਾਰਾਂ ਨੇ ਸ਼ੰਕਾ ਕੀਤਾ ਹੈ। ਇੱਕ ਦਿਨ ਚਾਰੋ ਮਿਲੇ ਪਰਸ ਪਰ, ਇੱਕ ਦਿਨ ਚਾਰੇ ਇਕੱਠੇ ਹੋਏ, ਆਪਸ ਵਿੱਚ ਮਿਲੇ ਹਨ। ਇਸ ਬਿਰਤਾਂਤ ਹਿਤ ਕਰਤ ਉਚਾਰ, ਇਹ ਜਿਹੜਾ ਬਿਰਤਾਂਤ ਗੱਲ ਜਿਹੜੀ ਚੱਲ ਰਹੀ ਸੀ, ਇਹਨਾਂ ਨੇ ਆਪਸ ਵਿੱਚ ਸਲਾਹ ਕੀਤੀ ਹੈ। ਬਣਿਓ ਗ੍ਰੰਥ ਸਾਹਿਬ ਪਰਮਾਰਥ, ਇੱਕ ਦੂਜੇ ਨੂੰ ਕਹਿੰਦੇ ਨੇ ਕਿ ਪਰਮਾਰਥ ਦਾ ਰਸਤਾ ਦਿਖਾਉਣ ਲਈ ਜਾਂ ਪਰਮਾਰਥ ਦੀ ਪ੍ਰਾਪਤੀ ਲਈ ਗੁਰੂ ਅਰਜਨ ਦੇਵ ਸਾਹਿਬ ਨੇ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ ਹੈ। ਗਿਣੇ ਗਏ ਜੇ ਭਗਤ ਉਦਾਰ, ਜਿਹੜੇ ਵੱਡੇ ਭਗਤ ਗਿਣੇ ਹਨ, ਸਗਲ ਜਗਤ ਮਹਿ ਇਹ ਵਿਸਤੀਰਾ, ਤੇ ਉਹ ਸਾਰੇ ਭਗਤ ਜਗਤ ਵਿੱਚ ਜਿਹੜੇ ਨੇ ਪ੍ਰਗਟ ਹੋਣਗੇ। ਜਿਮ ਸਿੱਖੀ ਜਹ ਕਹਿ ਵਿਸਤਾਰ, ਜਿਸ ਤਰ੍ਹਾਂ ਸਿੱਖੀ ਵਿੱਚ ਵਾਧਾ ਹੋਵੇਗਾ ਨਾ, ਇਹ ਗੱਲ ਤਾਂ ਇਹਨਾਂ ਨੂੰ ਪਤਾ ਹੀ ਸੀ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਯਾਨੀ ਕਿ ਸਾਰੇ ਸੰਸਾਰ ਦੇ ਵਿੱਚ ਸਤਿਨਾਮ ਪੜ੍ਹ ਮੰਤਰ ਸੁਣਾਇਆ। ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਵਿਸਥਾਰ ਹੋਵੇਗਾ, ਉੱਥੇ ਉੱਥੇ ਇਹਨਾਂ ਭਗਤਾਂ ਨੂੰ ਵੀ ਸਾਰੇ ਸਿੱਖ ਸਿਰ ਝੁਕਾਇਆ ਕਰਨ। ਅੱਜ ਇਸੇ ਤਰ੍ਹਾਂ ਹੀ ਹੈ। ਬਾਬਾ ਫਰੀਦ ਸਾਹਿਬ, ਭਗਤ ਕਬੀਰ ਜੀ, ਭਗਤ ਧੰਨਾ ਜੀ, ਭਗਤ ਸਦਨਾ ਜੀ, ਰਾਮਾਨੰਦ ਜੀ, ਪਰਮਾਨੰਦ ਜੀ, ਭਗਤ ਸੈਣ ਜੀ, ਭਾਵੇਂ ਇੱਕ ਸ਼ਬਦ ਵੀ ਹੈ ਭਗਤ ਜੀ ਦਾ, ਤੇ ਉਹਨਾਂ ਨੂੰ ਵੀ ਸਿੱਖ ਦਾ ਹਰ ਰੋਜ਼ ਸਿਰ ਝੁਕਦਾ ਹੈ। ਇਹਨਾਂ ਨੇ ਸੋਚਿਆ ਜਿੱਥੇ ਸਿੱਖੀ ਦਾ ਵਿਸਥਾਰ ਹੋਵੇਗਾ, ਉੱਥੇ ਇਹਨਾਂ ਭਗਤਾਂ ਦਾ ਵੀ ਜਿਹੜਾ ਹੈ ਉਹ ਨਾਮ ਪ੍ਰਗਟ ਹੋਵੇਗਾ। ਹਮਰੋ ਨਾਮ ਲਿਖਿਓ ਨਹਿ ਜੀਤ ਹੈ, ਪਰ ਜੇ ਗੁਰੂ ਸਾਹਿਬ ਨੇ ਸਾਡਾ ਨਾਂ ਬਾਣੀ ਦੇ ਵਿੱਚ, ਬੀੜ ਵਿੱਚ ਨਹੀਂ ਲਿਖਿਆ, ਬਿਦਤੈ ਨਹਿ ਪਾਛੇ ਸੰਸਾਰ, ਅਸੀਂ ਫਿਰ ਸੰਸਾਰ ਵਿੱਚ ਕਿਸ ਤਰ੍ਹਾਂ ਬਿਦਤੈ ਨਾਮ ਪ੍ਰਗਟ ਹੋਣ ਦਾ ਹੈ, ਪ੍ਰਗਟ ਕਿਸ ਤਰ੍ਹਾਂ ਹੋਵਾਂਗੇ। ਹੋਵੇ ਭਗਤ, ਇੱਛਾ ਹੋਵੇ ਕਿ ਮੈਨੂੰ ਲੋਕ ਜਾਣਨ। ਤੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਹਨ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ। ਕਿ ਦੁਨੀਆ ਵਿੱਚ ਪ੍ਰਗਟ ਹੋਵੇ, ਮੂੰਹ ਦੇ ਉੱਤੇ ਲੋਕ ਸਿਫਤਾਂ ਕਰਨ, ਪਿੱਠ ਪਿੱਛੇ ਜਸ ਗਾਉਣ। ਮਹਾਰਾਜ ਕਹਿੰਦੇ ਫਿਰ ਕੀ ਹੋਇਆ? ਜੇ ਤਿਸ ਨਦਰ ਨਾ ਆਵਈ, ਉਹ ਪ੍ਰਮਾਤਮਾ ਦੀ ਨਦਰ ਵਿੱਚ ਆਵਾਂਗੇ ਕਿਸ ਤਰ੍ਹਾਂ? ਉਹਦਾ ਨਾਮ ਜਪ ਕੇ ਹੀ ਆਵਾਂਗੇ ਨਾ। ਬਸ ਇਹ ਇੰਨੀ ਬੜੀ ਕਿਰਪਾ ਕਿ ਤੂੰ ਆਪਣੀ ਨਦਰ ਵਿੱਚ ਰੱਖਿਆ। ਭਾਈ ਮੰਝ ਜੀ ਨੂੰ 2 ਵਾਰ ਮਹਾਰਾਜ ਨੇ ਹੁਕਮਨਾਮੇ ਭੇਜੇ ਨਾ, ਦੋਵੇਂ ਵਾਰੀ ਭਾਈ ਮੰਝ ਦੇ ਨੇਤਰ ਭਰੇ। ਸਿੱਖ ਪੁੱਛਦਾ ਸੀ ਕੀ ਗੱਲ, ਪੈਸੇ ਨਹੀਂ ਦਿੱਤੇ ਜਾਣੇ ਤਾਂ ਰੋ ਰਹੇ? ਭਾਈ ਮੰਝ ਕਹਿੰਦਾ ਗੱਲ ਪੈਸਿਆਂ ਦੀ ਨਹੀਂ, ਗੱਲ ਮੈਨੂੰ ਇੰਨੀ ਖੁਸ਼ੀ ਹੈ, ਨੇਤਰ ਤਾਂ ਭਰੇ ਨੇ ਕਿ ਗੁਰੂ ਅਰਜਨ ਦੇਵ ਸਾਹਿਬ ਨੇ ਮੈਨੂੰ ਗਰੀਬ ਨੂੰ ਵੀ ਯਾਦ ਰੱਖਿਆ ਹੈ। ਬਸ ਇੰਨੀ ਮੇਰੇ ਤੇ ਗੁਰੂ ਨੇ ਕਿਰਪਾ ਕੀਤੀ ਹੈ, ਮੈਨੂੰ ਇੰਨੀ ਬਹੁਤ ਖੁਸ਼ੀ। ਪਰ ਹੁਣ ਮਨ ਵਿੱਚ ਇੱਛਾ ਸੀ, ਕਹਿਣ ਨੂੰ ਤਾਂ ਭਗਤ ਹਾਂ, ਕਹਿਣ ਨੂੰ ਅਸੀਂ ਸੇਵਕ ਹਾਂ, ਪਰ ਲੋਕ ਜਾਣਨ। ਨਾਮ ਨੂੰ ਸੋਹਣਾ ਲਿਖਵਾਉਣਾ, ਵੱਡਾ ਜਿਹਾ ਨਾਮ ਲਿਖਵਾ ਕੇ ਚੰਗਾ ਜਿਹਾ ਜਿਹੜਾ ਹੈ ਉਹ ਐਡਵਰਟਾਈਜ਼ ਕਰਵਾਉਣੀ ਆਪਣੀ, ਕਿ ਮੈਨੂੰ ਲੋਕ ਜਾਣਨ। ਗੱਲ ਤਾਂ ਗੁਰੂ ਦੀ ਕਰਨੀ ਸੀ। ਸਿੱਖ ਦੇ ਮਨ ਵਿੱਚ ਇਹ ਭਾਵਨਾ ਹੋਣੀ ਚਾਹੀਦੀ ਕਿ ਮੇਰੇ ਗੁਰੂ ਨੂੰ ਲੋਕ ਜਾਣਨ, ਮੈਂ ਗੁਰੂ ਦਾ ਜਸ ਕਰਨ ਵਾਸਤੇ ਆਇਆ। ਪਰ ਮਨ ਵਿੱਚ ਇੱਛਾ ਲੈ ਕੇ ਜਾਣਨਾ ਕਿ ਮੈਨੂੰ ਲੋਕ ਪਛਾਣਨ, ਮੈਨੂੰ ਜਾਣਨ, ਇਹ ਤਾਂ ਆਪਣੇ ਅੰਦਰ ਫਿਰ ਭੁੱਖ ਰਹਿ ਗਈ ਆਪਣੀ ਵਡਿਆਈ ਦੀ। ਮਹਾਰਾਜ ਇੱਥੇ ਚਾਰਾਂ ਦੇ ਅੰਦਰ ਇਸ ਤਰ੍ਹਾਂ ਦੀ ਇੱਛਾ ਸੀ ਕਿ ਇਹ ਭਗਤ ਹੋ ਜਾਣੇ ਪ੍ਰਗਟ, ਅਸੀਂ ਦੁਨੀਆ ਵਿੱਚ ਕਿਸ ਤਰ੍ਹਾਂ ਪ੍ਰਗਟ ਹੋਵਾਂਗੇ। ਇਸ ਤੋਂ ਇਸ ਕੋ ਯਤਨ ਕਰੋ ਜਿਮ ਹੋਵਾ, ਜਿੱਦਾਂ ਮਰਜੀ ਯਤਨ ਕਰੋ, ਕਿਸੇ ਤਰ੍ਹਾਂ ਵੀ ਹੋ ਜਾਵੇ। ਆਪਣੇ ਸ਼ਬਦ ਲਿਖਾਵੋ ਤਾਹੇ, ਆਪਣੇ ਜਿਹੜੇ ਸ਼ਬਦ ਨੇ ਇਹ ਬਾਣੀ ਵਿੱਚ ਲਿਖਵਾ ਦਈਏ। ਸਾਧ ਸੰਗਤ, ਸ਼ੇਰੇ ਪੰਜਾਬ ਮਹਾਰਾਜੇ ਰਣਜੀਤ ਸਿੰਘ ਦੇ ਜੀਵਨ ਵਿੱਚੋਂ ਇੱਕ ਘਟਨਾ ਯਾਦ ਆਈ। ਕਹਿੰਦੇ ਉਹਨਾਂ ਕੋਲ ਇੱਕ ਤਸਵੀਰ ਬਣਾਉਣ ਵਾਲਾ ਆਇਆ ਤੇ ਕਹਿਣ ਲੱਗਾ, ਉਹਨੇ ਬਹੁਤ ਸਿਫਾਰਸ਼ਾਂ ਪਵਾ ਕੇ ਮਹਾਰਾਜੇ ਦੇ ਨੇੜੇ ਆ ਕੇ ਕਹਿੰਦਾ ਕਿ ਮੈਂ ਸੋਹਣਾ
ਜਿਹੜਾ ਹੈ ਉਹ ਚਿੱਤਰ ਤਿਆਰ ਕਰਦਾ ਤੇ ਮੈਨੂੰ ਕਿਰਪਾ ਕਰਕੇ ਆਗਿਆ ਦਿਓ ਮੈਂ ਤੁਹਾਡਾ ਸਰੂਪ ਬਣਾ ਸਕਾਂ। ਮਹਾਰਾਜਾ ਸਾਹਿਬ ਕਿਸੇ ਨੂੰ ਆਗਿਆ ਨਹੀਂ ਸੀ ਦਿੰਦੇ। ਉਹ ਕਹਿਣ ਲੱਗੇ ਫਿਰ ਜੇ ਤੂੰ ਬਹੁਤੀ ਇੱਛਾ ਲੈ ਕੇ ਆਇਆ ਨਾ ਫਿਰ ਇਸ ਤਰ੍ਹਾਂ ਦਾ ਸਰੂਪ ਬਣਾ। ਕਹਿਣ ਲੱਗਾ ਦੱਸੋ ਕਿਸ ਤਰ੍ਹਾਂ ਦੀ ਤਸਵੀਰ ਬਣਾਵਾਂ। ਕਹਿੰਦੇ ਇਸ ਤਰ੍ਹਾਂ ਦੀ ਬਣਾ, ਇੱਕ ਸਿੰਘਾਸਨ ਲੱਗਾ ਹੋਵੇ, ਉਹ ਸਿੰਘਾਸਨ ਦੇ ਉੱਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਹੋਣ ਤੇ ਮੈਂ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਦਾ ਹੋਵਾਂ। ਤੇ ਉਹ ਤਸਵੀਰ ਬਣਾਉਣ ਵਾਲਾ ਕਹਿਣ ਲੱਗਾ ਮਹਾਰਾਜਾ ਫਿਰ ਤਾਂ ਤੁਹਾਡਾ ਚਿਹਰਾ ਹੀ ਨਹੀਂ ਆਉਣਾ। ਕਹਿੰਦੇ ਮੈਂ ਇਹੋ ਹੀ ਤਾਂ ਚਾਹੁੰਦਾ ਕਿ ਮੇਰੇ ਗੁਰੂ ਦਾ ਚਿਹਰਾ ਦੁਨੀਆ ਵਿੱਚ ਪ੍ਰਗਟ ਹੋਵੇ ਤੇ ਮੇਰਾ ਚਿਹਰਾ ਗੁਰੂ ਦੇ ਚਰਨਾਂ 'ਚ ਹੀ ਅਲੋਪ ਹੋ ਜਾਵੇ। ਇੱਦਾਂ ਦੀ ਭਾਵਨਾ ਵੀ ਸਿੱਖਾਂ ਦੀ ਹੈ। ਜਦੋਂ ਵੀ ਸਿੱਕੇ ਜਾਰੀ ਕੀਤੇ ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ, ਇਹ ਦੇਗ ਤੇਗ ਦੀ ਫਤਿਹ ਮੈਨੂੰ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕਿਰਪਾ ਨਾਲ ਮਿਲੀ ਤੇ ਫਿਰ ਮੈਂ ਕੌਣ ਆ, ਮੇਰਾ ਗੁਰੂ ਹੀ ਸਮਰੱਥ ਹੈ। ਇੱਦਾਂ ਦੀ ਭਾਵਨਾ ਸਿੱਖਾਂ ਦੇ ਅੰਦਰ ਹੈ। ਪਰ ਹੁਣ ਇਹਨਾਂ ਦੇ ਅੰਦਰ ਤਮੰਨਾ ਸੀ ਕਿ ਸਾਨੂੰ ਲੋਕ ਜਾਣਨ, ਇਹਨਾਂ ਭਗਤਾਂ ਨੂੰ ਤਾਂ ਜਾਣਨਗੇ ਜਿਨ੍ਹਾਂ ਦੀ ਬਾਣੀ ਦਰਜ ਕਰਾ ਦਿੱਤੀ ਹੈ। ਜੇ ਸਾਡੇ ਵੀ ਸ਼ਬਦ ਦਰਜ ਹੋ ਜਾਣ ਤੇ ਸਾਡਾ ਨਾਮ ਦੁਨੀਆ ਵਿੱਚ ਇਸੇ ਤਰ੍ਹਾਂ ਅਮਰ ਰਹੇਗਾ। ਕਾਨੇ ਭਣਿਓ ਕੌਣ ਸੁਧ ਲਿਆਇਓ। ਇਹ ਜਿਹੜਾ ਭਗਤ ਕਾਨਾ ਸੀ ਇਹਨਾਂ ਨੂੰ ਪੁੱਛਣ ਲੱਗਾ, ਦੂਜਿਆਂ ਨੂੰ ਕਹਿਣ ਲੱਗਾ ਦੱਸੋ ਕੌਣ ਖਬਰ ਲੈ ਕੇ ਆਇਆ ਅੰਮ੍ਰਿਤਸਰ ਤੋਂ। ਪ੍ਰਥਮੈ ਨਿਰਣੈ ਕਰ ਲਿਓ ਤਾਹੇ। ਪਹਿਲਾਂ ਆਪਾਂ ਨਿਰਣਾ ਤੇ ਕਰ ਲਈਏ, ਇਹ ਗੱਲ ਚੰਗੀ ਤਰ੍ਹਾਂ ਘੋਖ ਪੜਤਾਲ ਲਈਏ। ਕਹਿ ਪੀਲੋ ਸਦਾ ਸਿੱਖ ਇੱਕ ਹੈ। ਜਿਹੜਾ ਪੀਲੋ ਭਗਤ ਸੀ ਕਹਿਣ ਲੱਗਾ ਕਿ ਇੱਕ ਲੱਦੇ ਨਾਮ ਦਾ ਸਿੱਖ ਹੈ। ਗਾ ਉਪਕਾਰ ਹੇਤ ਗੁਰ ਪਾਹੇ। ਉਹ ਉਪਕਾਰ ਵਾਸਤੇ, ਵੱਡਾ ਉਪਕਾਰ ਕਰਨ ਵਾਸਤੇ ਅੰਮ੍ਰਿਤਸਰ ਵਿੱਚ ਗਿਆ ਸੀ। ਜਿਸਨੇ ਦੇਖ ਸੁਨਿਓ ਪ੍ਰਸੰਗ ਇਹੋ। ਉਹਨੇ ਸਾਰੀ ਗੱਲਬਾਤ ਜੋ ਸੁਣਾਈ ਹੈ ਨਾ ਉਹਨੇ ਅੱਖੀਂ ਦੇਖੀ ਹੈ। ਇਹ ਪ੍ਰਸੰਗ ਉਹ ਅੱਖੀਂ ਦੇਖ ਕੇ ਆਇਆ। ਗੁਰੂ ਅਰਜਨ ਦੇਵ ਸਾਹਿਬ ਬਾਣੀ ਲਿਖਵਾਰੇ ਨੇ, ਬੀੜ ਲਿਖਵਾਰੇ ਹਨ ਗ੍ਰੰਥ ਸਾਹਿਬ। ਨਿਸ਼ਚੈ ਕੀਨਸ ਮਿਥਿਆ ਨਾਹੇ। ਇਹ ਗੱਲ ਉਹਨੇ ਚੰਗੀ ਤਰ੍ਹਾਂ ਨਿਸ਼ਚੈ ਕੀਤੀ ਹੈ। ਯਕੀਨਨ ਉਹਨੇ ਦੇਖ ਕੇ ਆ ਕੇ ਦੱਸੀ ਹੈ, ਸੁਣੀ ਸੁਣਾਈ ਨਹੀਂ ਹੈ, ਇਹ ਝੂਠ ਨਹੀਂ ਹੈ। ਸ਼ਾਹ ਹੁਸੈਨ ਭਣਿਓ ਤੇ ਸਿੱਖ ਕੋ। ਤੀਜਾ ਜਿਹੜਾ ਸੀ ਸ਼ਾਹ ਹੁਸੈਨ, ਉਹ ਕਹਿਣ ਲੱਗਾ ਉਹ ਜੋ ਆਪਣਾ ਹਜ਼ੂਰ ਬੁਲਾਏ। ਕਹਿਣ ਲੱਗਾ ਫਿਰ ਅਸੀਂ ਇਸ ਤਰ੍ਹਾਂ ਕਰੀਏ ਕਿ ਉਹ ਭਾਈ ਲੱਦੇ ਨੂੰ ਇੱਥੇ ਬੁਲਾ ਲੈਨੇ ਆ ਤੇ ਕੋਲ ਬੁਲਾ ਕੇ ਲੱਦਾ ਜੀ ਨੂੰ ਪੁੱਛਦੇ ਹਾਂ। ਬਹੁਰ ਉਪਾਵ ਕਰੈ ਜਿਮ ਹੋਵੈ। ਫਿਰ ਜਿਸ ਤਰ੍ਹਾਂ ਉਪਾਅ ਹੋਵੇਗਾ ਉਸ ਤਰ੍ਹਾਂ ਕਰ ਲਵਾਂਗੇ ਤੇ ਪਹਿਲਾਂ ਬੁਲਾ ਤੇ ਲਈਏ, ਲੱਦੇ ਨੂੰ ਕੋਲ ਬੁਲਾ ਕੇ ਪੁੱਛਦੇ ਹਾਂ। ਸਰਬ ਪ੍ਰਸੰਗ ਸੋ ਦੇ ਸੁਨਾਏ। ਸਾਰਾ ਪ੍ਰਸੰਗ ਲੱਦੇ ਨੂੰ ਬੁਲਾਈਏ ਤੇ ਉਹਦੇ ਕੋਲੋਂ ਸੁਣ ਲਈਏ। ਤਬ ਛੱਜੂ ਨੇ ਦਾਸ ਪਠਾਇਓ। ਉਸ ਸਮੇਂ ਜਿਹੜਾ ਛੱਜੂ ਭਗਤ ਸੀ ਇਹ ਚੌਥਾ ਹੈ, ਇਹਨੇ ਆਪਣਾ ਇੱਕ ਸੇਵਕ ਭੇਜਿਆ। ਲੱਦਾ ਕਰਿਓ ਅਵਾਹਣ ਜਾਏ। ਭਾਈ ਲੱਦੇ ਨੂੰ ਸੁਨੇਹਾ ਦਿੱਤਾ ਹੈ ਤੇ ਭਾਈ ਲੱਦੇ ਨੂੰ ਆਪਣੇ ਕੋਲ ਸੱਦ ਲਿਆ। ਗਮਨਿਓ ਭਗਤਨ ਕੋਟਿਕ ਹਰਖਤ। ਭਾਈ ਲੱਦਾ ਜੀ ਪ੍ਰਸੰਨ ਹੋ ਕੇ ਤੇ ਇਹਨਾਂ ਦੇ ਕੋਲ ਚੱਲੇ ਨੇ, ਕਿਉਂਕਿ ਇਹਨਾਂ ਦਾ ਨਾਮ ਸੀ, ਸਤਕਾਰ ਵੀ ਸੀ। ਪਰ ਹੁਣ ਅੰਦਰ ਦੀ ਗੱਲ ਖੇਡ ਪ੍ਰਗਟ ਹੋ ਗਈ। ਜੋ ਜੀ ਹੋਏ ਸੋ ਉਗਵੈ, ਜੋ ਅੰਦਰ ਹੋਵੇ ਉਹ ਪ੍ਰਗਟ ਹੋ ਹੀ ਜਾਂਦਾ ਹੈ। ਥੋੜਾ ਸਮਾਂ ਤੇ ਬੰਦਾ ਲੁਕਾ ਕੇ ਰੱਖ ਸਕਦਾ ਹੈ, ਪਰ ਇੱਕ ਨਾ ਇੱਕ ਦਿਨ ਸੱਚ ਸਾਹਮਣੇ ਆ ਹੀ ਜਾਂਦਾ ਹੈ। ਹੁਣ ਭਾਈ ਲੱਦਾ ਜੀ, ਚਲੋ ਇਹਨਾਂ ਦਾ ਮਾਨ ਸਨਮਾਨ ਸੀ, ਇਸ ਲਈ ਸੁਣਿਆ ਸੁਣਿਆ ਤੇ ਇਹਨਾਂ ਦੇ ਕੋਲ ਗਏ ਹਨ। ਮਿਲਿਓ ਚਰਨ ਪਰ ਸੀਸ ਨਿਵਾਏ। ਭਾਈ ਲੱਦਾ ਜੀ ਜਾ ਕੇ ਇਹਨਾਂ ਨੂੰ ਮਿਲੇ ਹਨ। ਉਹ ਲੱਦਾ ਸਤਿਗੁਰੂ ਬਾਰਤਾ। ਫਿਰ ਭਾਈ ਲੱਦੇ ਨੇ ਸਤਿਗੁਰੂ ਜੀ ਦੀ ਸਾਰੀ ਗੱਲ ਕਿਸ ਪਰਚੈ ਮਹਿ ਦਿਵਸ ਬਿਹਾਏ। ਤੇ ਜਾ ਕੇ ਭਾਈ ਲੱਦੇ ਨੇ ਸਾਰੀ ਗੱਲਬਾਤ ਦੱਸੀ ਹੈ। ਕਹੋ ਲੱਦਾ ਸਤਿਗੁਰੂ ਬਾਰਤਾ। ਇਹ ਕਹਿਣ ਲੱਗੇ ਲੱਦਿਆ ਦੱਸ, ਗੁਰੂ ਦੀ ਗੱਲ ਦੱਸ ਸਾਨੂੰ, ਗੁਰੂ ਅਰਜਨ ਦੇਵ ਸਾਹਿਬ ਦੀ ਕਰਿਓ ਅਵਾਹਨ ਜਾਏ। ਜਿਸ ਤਰ੍ਹਾਂ ਤੈਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਗਿਆ ਤੇ ਜਿਸ ਤਰ੍ਹਾਂ ਤੂੰ ਉੱਥੇ ਗਿਆ ਹੈ, ਸਤਿਗੁਰੂ ਬਾਰਤਾ ਕਿਰਸ ਪਰਚੇ ਮੈਂ ਦਿਵਸ ਬਿਹਾਏ, ਕਿਸ ਤਰ੍ਹਾਂ ਤੂੰ ਸਾਰਾ ਦਿਨ ਉੱਥੇ ਬਤੀਤ ਕੀਤਾ ਏ। ਕਿਆ ਦੇਖਿਓ ਤੈ ਤਹੀਂ ਜਾਏ ਕਰ। ਗੁਰੂ ਅਰਜਨ ਦੇਵ ਸਾਹਿਬ ਕਿੱਦਾਂ ਦਿਨ ਬਤੀਤ ਕਰ ਰਹੇ ਨੇ, ਤੂੰ ਉੱਥੋਂ ਕੀ ਦੇਖ ਕੇ ਆਇਆ ਅੰਮ੍ਰਿਤਸਰੋਂ। ਸੋ ਹਮ ਕੋ ਸਭ ਦੇਹੋ ਸੁਨਾਏ। ਉਹ ਸਾਰੀ ਗੱਲਬਾਤ ਤੂੰ ਸਾਨੂੰ ਦੱਸ। ਸਾਥ ਜੋੜ ਕਰ ਕਹੀ ਸਰਬ ਤਿਨਾ। ਹੱਥ ਜੋੜ ਕੇ ਭਾਈ ਲੱਦੇ ਨੇ ਸਾਰੀ ਗੱਲ ਗੁਰੂ ਸਾਹਿਬ ਦੀ ਦੱਸੀ ਹੈ। ਅਬ ਬਾਨੀ ਕੋ ਰਹੇ ਬਨਾਏ। ਇਹ ਗੁਰੂ ਅਰਜਨ ਦੇਵ ਸਾਹਿਬ ਜੀ ਸਾਰੇ ਗੁਰੂ ਸਾਹਿਬਾਨਾਂ ਦੀ ਭਗਤਾਂ ਦੀ ਬਾਣੀ ਸ਼੍ਰੀ ਗ੍ਰੰਥ ਸਾਹਿਬ ਦੀ ਬੀੜ ਚ ਲਿਖਵਾ ਰਹੇ ਨੇ। ਰਹਿਣ ਦਿਵਸ ਹੋਏ ਇਸਕੇ ਤਤਪਰ। ਰਾਤ ਦਿਨ ਸਤਿਗੁਰੂ ਜੀ ਤਤਪਰ ਰਹਿੰਦੇ ਹਨ। ਨਾਨਾ ਭਾਤਿਨ ਸ਼ਬਦ ਲਿਖਾਏ। ਕਈ ਸ਼ਬਦ ਸਤਿਗੁਰੂ ਜੀ ਨੇ ਲਿਖਵਾ ਲਏ ਹਨ। ਪੰਜ ਗੁਰਨ ਕੀ ਪ੍ਰਥਮ ਲਿਖਤ ਹੈ। ਪਹਿਲਾਂ ਗੁਰੂ ਸਾਹਿਬ ਪੰਜ ਗੁਰੂਆਂ ਦੀ ਬਾਣੀ ਲਿਖਦੇ ਹਨ। ਤਿਨ ਪਿਛੇ ਸਭ ਭਗਤ ਲਿਖਾਏ। ਗੁਰੂ ਸਾਹਿਬਾਨਾਂ ਦੀ ਬਾਣੀ ਤੋਂ ਬਾਅਦ ਸਾਰੇ ਭਗਤਾਂ ਤੋਂ ਬਾਣੀ ਲਿਖਵਾਉਂਦੇ ਨੇ। ਆਦ ਕਬੀਰ ਪ੍ਰਤਾਸ਼ ਹੋਏ ਕਰ। ਭਗਤ ਕਬੀਰ ਸਾਹਿਬ
ਅਤੇ ਆਦ ਹੋਰ ਭਗਤ, ਭਗਤ ਨਾਮਦੇਵ ਜੀ, ਸਦਨਾ ਜੀ, ਧੰਨਾ ਜੀ, ਸਾਰੇ ਭਗਤ ਜਿਹੜੇ ਨੇ ਪ੍ਰਤੱਖ ਹੋ ਕੇ ਨਵੇਂ ਸ਼ਬਦ ਨਿਜ ਦੇਤ ਬਨਾਏ। ਨਵੇਂ ਜਿਹੜੇ ਸ਼ਬਦ ਹਨ ਉਹ ਬਣਾ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਦਿੰਦੇ ਹਨ। ਗਨ ਰਾਗਣ ਮਹਿ ਲਿਖਤ ਜਾਤ ਬਹੁ। ਕਈ ਰਾਗਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਭਗਤ ਬਾਣੀ ਲਿਖੀ ਹੈ ਭਾਈ ਗੁਰਦਾਸ ਜੇ ਨਾਏ। ਤੇ ਭਾਈ ਗੁਰਦਾਸ ਸਾਹਿਬ ਜਿਨ੍ਹਾਂ ਦਾ ਨਾਮ ਹੈ ਗੁਰਦਾਸ, ਉਹ ਲਿਖ ਰਹੇ ਹਨ। ਬਣਿਓ ਗ੍ਰੰਥ ਬੜ ਜਨ ਜਹਾਜ਼ ਹੈ। ਹਾਂ, ਗ੍ਰੰਥ ਸਾਹਿਬ ਦੀ ਬੀੜ ਜਹਾਜ਼ ਦੀ ਤਰ੍ਹਾਂ ਬਣੀ ਹੈ। ਭੌਜਲ ਤੇ ਪਾਰ ਜੋ ਉਤਰਾਏ। ਇਸ ਸੰਸਾਰ ਸਮੁੰਦਰ ਤੋਂ ਬਾਣੀ ਪਾਰ ਉਤਾਰਾ ਕਰੇਗੀ। ਬਹੁਤ ਬਣਿਓ ਕੁਛ ਕਹਿਓ ਤਨ ਕੇ ਅਬ। ਬਹੁਤੀ ਬਾਣੀ ਸਤਿਗੁਰਾਂ ਨੇ ਲਿਖਾ ਲਈ ਹੈ ਤੇ ਥੋੜੀ ਬਾਣੀ ਹੁਣ ਰਹਿ ਗਈ ਹੈ। ਕੇ ਤੇ ਕੋ ਦਿਵਸ ਵਿਖੈ ਹੋਰ ਤਿਆਰ। ਕੁਝ ਕੁ ਦਿਨਾਂ ਦੇ ਵਿੱਚ ਭਾਈ ਲੱਦਾ ਜੀ ਕਹਿੰਦੇ ਕਿ ਉਹ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋ ਜਾਣੀ ਹੈ। ਸੁਣ ਕਾਨਾ ਪੂਛਨ ਪੁਨ ਲਾਗਿਓ। ਜਿਹੜਾ ਕਾਨਾ ਭਗਤ ਸੀ ਭਾਈ ਲੱਦੇ ਤੋਂ ਸੁਣ ਕੇ ਪੁੱਛਣ ਲੱਗਾ, ਭਗਤ ਆਗਮਨ ਕਿਸੂ ਪ੍ਰਕਾਰ। ਕਹਿੰਦੇ ਦੱਸੋ ਕਿ ਜਿਹੜੇ ਭਗਤ ਗੁਰੂ ਸਾਹਿਬ ਦੇ ਕੋਲ ਆਉਂਦੇ ਨੇ ਕਿਸ ਤਰ੍ਹਾਂ ਆਉਂਦੇ ਨੇ? ਗੁਰੂ ਅਵਾਹਨ ਤੇ ਸੋ ਆਏ। ਗੁਰੂ ਸਾਹਿਬ ਜੀ ਬੁਲਾਉਂਦੇ ਨੇ ਤਾਂ ਆਉਂਦੇ ਹਨ, ਕਿਦੋ ਅਵਾਹਨ ਬਿਨ ਤਿਸ ਬਾਰ। ਜਾਂ ਬਿਨਾਂ ਸੱਦੇ ਤੋਂ ਹੀ ਗੁਰੂ ਸਾਹਿਬ ਦੇ ਕੋਲ ਆਉਂਦੇ ਨੇ। ਹੁਣ ਆਪਣਾ ਹਿਸਾਬ ਲਾ ਰਹੇ ਨੇ ਨਾ ਕਿ ਅਸੀਂ ਕਿਸ ਤਰ੍ਹਾਂ ਉੱਥੇ ਜਾਣਾ ਹੈ। ਇਹਨੇ ਭਾਈ ਲੱਦਾ ਜੀ ਤੋਂ ਪੁੱਛਿਆ ਕਿ ਦੱਸੋ ਵਾਰਤਾ ਅੰਮ੍ਰਿਤਸਰ ਦੀ। ਭਾਈ ਲੱਦੇ ਨੇ ਸਾਰਾ ਕੁਝ ਦੱਸ ਦਿੱਤਾ ਕਿ ਬਹੁਤੀ ਬਾਣੀ ਲਿਖਵਾ ਲਈ ਹੈ, ਥੋੜੀ ਬਾਕੀ ਰਹਿ ਗਈ। ਮਹਾਰਾਜ ਨੇ ਵੱਡਾ ਜਹਾਜ਼ ਤਿਆਰ ਕੀਤਾ, ਜਿਹੜਾ ਇਸ ਜਹਾਜ਼ ਤੇ ਸਵਾਰ ਹੋਵੇਗਾ, ਬਾਣੀ ਦੇ ਜਹਾਜ਼ ਤੇ, ਉਹ ਸੰਸਾਰ ਸਮੁੰਦਰ ਤੋਂ ਤਰ ਜਾਵੇਗਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤੁਸੀਂ ਤੇ ਆਪ ਜਹਾਜ਼ ਹੋ। ਭੱਟ ਜੀ ਕਹਿੰਦੇ ਨੇ ਨਾ ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਆਪ ਜਹਾਜ਼ ਹੋ। ਜਿਹੜਾ ਵੀ ਤੁਹਾਡੇ ਚਰਨਾਂ ਨਾਲ ਜੁੜਦਾ ਹੈ ਉਹ ਇਸ ਸੰਸਾਰ ਤੋਂ ਤਰ ਜਾਂਦਾ ਹੈ। ਉਸ ਵੇਲੇ ਇਹ ਕਾਨਾ ਪੁੱਛਦਾ ਹੈ, ਕਹਿੰਦਾ ਦੱਸ ਗੁਰੂ ਸਾਹਿਬ ਜੀ ਨੇ ਭਗਤਾਂ ਨੂੰ ਸੁਨੇਹਾ ਭੇਜਿਆ ਕਿ ਉਹ ਭਗਤ ਆਪਣੇ ਆਪ ਗੁਰੂ ਸਾਹਿਬ ਦੇ ਕੋਲ ਆਏ ਨੇ। ਕੋ ਦਰਸ਼ਤ ਹੈ ਤਿਨ ਸਰੂਪ ਕੋ। ਕਿਸ ਤਰ੍ਹਾਂ ਉਹਨਾਂ ਦੇ ਦਰਸ਼ਨ ਹੁੰਦੇ ਹਨ। ਕਿਤ ਬੈਠੇ ਇਹ ਸਕਲ ਉਚਾਰ। ਤੇ ਕਿੱਥੇ ਬਹਿ ਕੇ ਉਹ ਭਗਤ ਬਾਣੀ ਉਚਾਰਦੇ ਹਨ। ਲੱਦੇ ਭਣਿਓ ਕਾਂਤ ਭਏ ਗੁਰ। ਸੁਣ ਕੇ ਭਾਈ ਲੱਦੇ ਨੇ ਕਿਹਾ ਕਿ ਗੁਰੂ ਸਾਹਿਬ ਜੀ ਇਕਾਂਤ ਦੇ ਵਿੱਚ ਬੈਠੇ ਹਨ। ਬਨ ਮਹਿ ਵਹਿਰ ਸੋ ਡੇਰਾ ਲਾਏ। ਬਨ ਮਹਿ, ਬਨ ਨਾਮ ਜੰਗਲ ਦਾ ਹੈ ਕਿ ਗੁਰੂ ਸਾਹਿਬ ਨੇ ਜੰਗਲ ਦੇ ਵਿੱਚ ਡੇਰਾ ਲਾਇਆ ਹੈ। ਸਾਧ ਸੰਗਤ ਜਿਹੜਾ ਸਥਾਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਨਾਲ ਸ਼੍ਰੀ ਰਾਮਸਰ ਸਾਹਿਬ ਵਾਲਾ ਸਥਾਨ ਹੈ, ਪਹਿਲਾਂ ਇਹ ਸੋਹਣਾ ਘਣਾ ਜੰਗਲ ਹੀ ਸੀ, ਸੋਹਣੇ ਰੁੱਖ ਲੱਗੇ ਸਨ, ਨਾਲ ਇੱਕ ਪਾਣੀ ਦਾ ਸੋਹਣਾ ਤਲਾਅ ਸੀ, ਜਿੱਥੇ ਮਹਾਰਾਜ ਜੀ ਨੇ ਸੋਹਣਾ ਤੰਬੂ ਲਵਾ ਕੇ ਸ਼੍ਰੀ ਗ੍ਰੰਥ ਸਾਹਿਬ ਦੀ ਬੀੜ ਭਾਈ ਗੁਰਦਾਸ ਸਾਹਿਬ ਜੀ ਪਾਸੋਂ ਲਿਖਵਾਈ। ਅੱਜ ਤੇ ਉੱਥੇ ਮੰਗਲ ਲੱਗੇ ਹਨ, ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਆਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਵਡਭਾਗੇ ਸਮਝਦੇ ਨੇ ਸਿੱਖ ਆਪਣੇ ਆਪ ਨੂੰ, ਜਿੱਥੇ ਗੁਰੂ ਦੇ ਚਰਨ ਪਏ ਹੋਣ ਉਹ ਧੂੜ ਮੱਥੇ ਨੂੰ ਲਾਉਣ ਦੇ ਵਿੱਚ ਆਪਣੇ ਆਪ ਨੂੰ ਭਾਗ ਵੱਡੇ ਜਾਣਦੇ। ਭਾਈ ਲੱਦੇ ਨੇ ਕਹਿ ਦਿੱਤਾ ਕਿ ਗੁਰੂ ਸਾਹਿਬ ਨੇ ਇਕਾਂਤ ਥਾਂ ਦੇ ਵਿੱਚ ਆਪਣਾ ਨਿਵਾਸ ਰੱਖਿਆ ਹੈ। ਪ੍ਰਥਮ ਰਾਗ ਸ੍ਰੀ ਰਾਗ ਬਖਾਨਿਓ। ਪਹਿਲਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ਼੍ਰੀ ਰਾਗ ਲਿਖਵਾਇਆ ਹੈ। ਤਬ ਹੈ ਭਗਤ ਆਏ ਸਮੁਦਾਏ। ਮਹਾਰਾਜ ਸ਼੍ਰੀ ਰਾਗ ਦੇ ਵਿੱਚ ਬਾਣੀ ਲਿਖਾ ਰਹੇ ਸੀ ਭਾਈ ਗੁਰਦਾਸ ਸਾਹਿਬ ਪਾਸੋਂ। ਉਸ ਸਮੇਂ ਸਾਰੇ ਭਗਤ ਇਕੱਠੇ ਹੋ ਕੇ ਆਏ ਨੇ। ਸ੍ਰੀ ਅਰਜਨ ਕੋ ਸੋ ਕਰ ਸੰਵਾਦ ਸ਼ੁਭ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਉਹਨਾਂ ਦੀ ਵਾਰਤਾਲਾਪ ਹੋਈ ਹੈ। ਪੁਨ ਗੁਰਦਾਸ ਸਰੂਪ ਦਿਖਾਏ। ਫਿਰ ਗੁਰੂ ਅਰਜਨ ਦੇਵ ਸਾਹਿਬ ਨੇ ਭਾਈ ਗੁਰਦਾਸ ਸਾਹਿਬ ਨੂੰ ਵੀ ਭਗਤਾਂ ਦੇ ਸਰੂਪ ਦਿਖਾਏ। ਸਾਧ ਸੰਗਤ ਭਾਈ ਗੁਰਦਾਸ ਜੀ ਨੇ ਪੁੱਛਿਆ ਸੀ ਨਾ ਕਿ ਮਹਾਰਾਜ ਇਹ ਬਾਣੀ ਲਿਖਵਾ ਰਹੇ ਹੋ ਭਗਤਾਂ ਦੀ, ਇਹ ਪਹਿਲਾਂ ਹੀ ਆਪ ਜੀ ਕੋਲ ਹੈ ਕਿ ਹੁਣ ਲਿਖਾ ਰਹੇ ਨੇ? ਤੇ ਗੁਰੂ ਅਰਜਨ ਦੇਵ ਸਾਹਿਬ ਨੇ ਕਿਹਾ ਸੀ ਭਾਈ ਸਾਹਿਬ ਕੱਲ੍ਹ ਬਾਣੀ ਲਿਖਣ ਤੋਂ ਕੁਝ ਸਮਾਂ ਪਹਿਲਾਂ ਆ ਜਾਣਾ ਤੁਸੀਂ। ਜਿਹੜੇ ਸਮੇਂ ਤੁਸੀਂ ਆਉਂਦੇ ਹੋ ਉਹ ਸਮੇਂ ਤੋਂ ਪਹਿਲਾਂ ਆਇਓ। ਤੇ ਭਾਈ ਗੁਰਦਾਸ ਸਾਹਿਬ ਜਦੋਂ ਗਏ ਤੰਬੂ ਅੰਦਰ ਦੇਖਿਆ ਸਾਰੇ ਭਗਤ ਜਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਤੇ ਨਮਸਕਾਰਾਂ ਕਰ ਕਰਕੇ ਵਾਪਸ ਜਾ ਰਹੇ ਸਨ। ਉਹਨਾਂ ਦੇ ਸਰੀਰ ਫਿਰ ਭਾਈ ਗੁਰਦਾਸ ਸਾਹਿਬ ਨੇ ਦਰਸ਼ਨ ਕੀਤੇ। ਫਿਰ ਬੇਨਤੀ ਕੀਤੀ, ਮਹਾਰਾਜ ਨੇ ਕਿਹਾ ਤੁਹਾਨੂੰ ਕੋਈ ਇੱਛਾ? ਤੇ ਭਾਈ ਸਾਹਿਬ ਕਹਿੰਦੇ ਮਹਾਰਾਜ ਇਹਨਾਂ ਦੇ ਦਿਵ ਸਰੂਪ ਤਾਂ ਦੇਖੇ ਨੇ, ਤੁਹਾਡੀ ਬੜੀ ਕਿਰਪਾ ਹੋਈ ਹੈ, ਇਹਨਾਂ ਦੇ ਦਰਸ਼ਨ ਕਰਾ ਦਿੱਤੇ ਨੇ, ਇੱਕ ਹੋਰ ਕਿਰਪਾ ਕਰੋ ਇਹਨਾਂ ਨਾਲ ਬਚਨ ਬਲਾਸ ਵੀ ਹੋ ਜਾਣ। ਭਾਈ ਵੀਰ ਸਿੰਘ ਲਿਖਦੇ ਨੇ ਨਾ, ਸੁਪਨੇ ਵਿੱਚ ਤੁਸੀਂ ਮਿਲੇ ਸਾਨੂੰ, ਅਸੀਂ ਧਾਗ ਗਲ ਵਕੜੀ ਪਾਈ, ਤੁਸੀਂ ਨਿਰਾ ਨੂਰ ਹੱਥ ਨਾ ਆਏ, ਸਾਡੀ ਕੰਬਦੀ ਰਹੀ ਕਲਾਈ। ਦਰਸ਼ਨ ਹੋ ਜਾਣ ਗੱਲ ਹੋਵੇ ਨਾ ਤੇ ਫਿਰ ਵੀ ਬੰਦੇ ਦੇ ਮਨ ਦੀ ਇੱਛਾ ਜਿਹੜੀ ਉਹ ਪੂਰੀ ਨਹੀਂ ਹੁੰਦੀ ਕਿ ਦਿਖੇ ਹੋ ਗੱਲਬਾਤ ਤਾਂ ਕਰਦੇ ਫਿਰ ਮਨ ਪ੍ਰਸੰਨ ਹੁੰਦਾ। ਇਹ ਭਾਈ ਗੁਰਦਾਸ ਜੀ ਨੇ ਬੇਨਤੀ ਕੀਤੀ ਸੀ ਗੁਰੂ ਸਾਹਿਬ ਨੂੰ, ਮਹਾਰਾਜ ਦਰਸ਼ਨ ਤਾਂ ਹੋ ਗਏ ਕਿਉਂਕਿ ਪ੍ਰਕਾਸ਼ ਸਰੂਪ ਨੇ। ਜੇ ਗੁਰੂ ਦਾ ਸਰੂਪ ਇਸ ਤਰ੍ਹਾਂ ਦਾ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਬਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ। ਤੇ ਜਿਹੜੇ ਭਗਤ ਨੇ ਉਹ ਵੀ ਗੁਰੂ ਰੂਪ ਨੇ,
ਉਹ ਵੀ ਦਿਵ ਰੂਪ ਨੇ ਤੇ ਹਰ ਥਾਂ ਦੇ ਉੱਤੇ ਹਾਜ਼ਰ ਨਾਜ਼ਰ ਨੇ। ਹੁਣ ਇਹਨਾਂ ਨਾਲ ਬਚਨ ਬਲਾਸ ਵੀ ਹੋ ਜਾਣ ਤੇ ਗੁਰੂ ਸਾਹਿਬ ਨੇ ਉਹ ਵੀ ਇੱਛਾ ਪੂਰੀ ਕੀਤੀ ਸੀ। ਇਹ ਗੱਲ ਸੰਗਤ ਵਿੱਚ ਪ੍ਰਗਟ ਹੋਈ। ਭਾਈ ਲੱਦਾ ਜੀ ਨੇ ਇਹਨਾਂ ਨੂੰ ਦੱਸੀ ਹੈ। ਕਹਿਣ ਲੱਗੇ ਗੁਰੂ ਸਾਹਿਬ ਕੋਲ ਭਗਤ ਆਪ ਚੱਲ ਕੇ ਆਏ ਤੇ ਭਾਈ ਗੁਰਦਾਸ ਸਾਹਿਬ ਨੇ ਉਹਨਾਂ ਦੇ ਦਰਸ਼ਨ ਕੀਤੇ ਨੇ। ਤਿਸ ਟਿਕ ਕਹਿਤ ਲਿਖਤ ਜੋ ਸੋ ਜਾਵੈ। ਭਾਈ ਗੁਰਦਾਸ ਸਾਹਿਬ ਜੀ ਦੇ ਪਾਸ ਆਪਣੀ ਬਾਣੀ ਜਿਸ ਤਰ੍ਹਾਂ ਲਿਖਾਉਂਦੇ ਹਨ ਇਸੇ ਭਾਈ ਗੁਰਦਾਸ ਜੀ ਲਿਖ ਰਹੇ ਹਨ। ਇਸ ਪ੍ਰਕਾਰ ਅਬ ਲੋ ਲਿਖਵਾਏ। ਇਸ ਤਰ੍ਹਾਂ ਗੁਰੂ ਸਾਹਿਬ ਨੇ ਉਹਨਾਂ ਦੀ ਬਾਣੀ ਲਿਖਵਾਈ ਹੈ। ਇਮ ਕੈ ਲੱਦਾ ਗਇਓ ਸਦਨ ਕੋ। ਇਸ ਤਰ੍ਹਾਂ ਇਹਨਾਂ ਨੂੰ ਦੱਸ ਕੇ ਕਾਨਾ, ਪੀਲੋ, ਸ਼ਾਹ ਹੁਸੈਨ ਤੇ ਛੱਜੂ ਇਹਨਾਂ ਨੂੰ ਸਾਰਿਆਂ ਨੂੰ ਗੱਲਬਾਤ ਦੱਸੀ ਹੈ ਭਾਈ ਲੱਦੇ ਨੇ ਤੇ ਸਾਰੀ ਦੱਸ ਕੇ ਉਹ ਆਪਣੇ ਘਰ ਨੂੰ ਚਲੇ ਗਏ ਨੇ। ਬਿਨਾ ਹਕਾਰਨ ਤੇ ਸੋ ਪਹੁੰਚੇ। ਹਾਂ, ਇਹਨਾਂ ਨੇ ਹੁਣ ਜਾਣਿਆ ਕਿ ਭਗਤ ਬਿਨਾ ਬੁਲਾਏ ਗੁਰੂ ਸਾਹਿਬ ਦੇ ਕੋਲ ਗਏ ਨੇ। ਤੁਮ ਵੀ ਚਲੋ ਸੋ ਇਸੀ ਪ੍ਰਕਾਰ। ਇੱਕ ਦੂਜੇ ਨੂੰ ਕਹਿਣ ਲੱਗੇ ਫਿਰ ਅਸੀਂ ਵੀ ਚੱਲੀਏ ਇਸੇ ਤਰ੍ਹਾਂ। ਗੁਰੂ ਸਾਹਿਬ ਨੇ ਕਿਹੜਾ ਸੁਨੇਹਾ ਭੇਜਿਆ ਉਹਨਾਂ ਭਗਤਾਂ ਨੂੰ, ਉਹ ਵੀ ਤਾਂ ਆਏ ਹਨ। ਪਰ ਦਾਨਿਆਂ ਦਾ ਕਹਿਣਾ 100 ਸਿਆਣਿਆ ਇੱਕੋ ਮੱਤ ਮੂਰਖ ਆਪੋ ਆਪਣੀ। ਜਿੱਥੇ 100 ਸਿਆਣੇ ਇਕੱਠੇ ਹੋਣ ਨਾ ਉਹਨਾਂ ਦੀ ਮੱਤ ਇੱਕ ਹੁੰਦੀ ਹੈ, ਪਰ ਮੂਰਖਾਂ ਦੀ ਚਾਰਕ ਵੀ ਬੈਠੇ ਹੋਣ ਤੇ ਆਪੋ ਆਪਣੀ ਹੋਵੇਗੀ। ਉਹ ਕਹਿੰਦਾ ਨੇ ਇਸ ਤਰ੍ਹਾਂ ਕਰਨਾ, ਦੂਜਾ ਕਹਿੰਦਾ ਨੇ ਇਸ ਤਰ੍ਹਾਂ, ਤੀਜਾ ਕਹਿੰਦਾ ਇਸ ਤਰ੍ਹਾਂ ਹੋਣਾ ਚਾਹੀਦਾ। ਕਿਉਂਕਿ ਸਿਆਣਿਆਂ ਦੀ ਮੱਤ ਰਲ ਜਾਂਦੀ, ਸਿਆਣਿਆਂ ਦੀ ਮੱਤ ਸਿਆਣੀ ਹੁੰਦੀ ਹੈ। ਨਾਲੇ ਸਿਆਣੇ ਇੱਕ ਦੂਜੇ ਦਾ ਕਿਹਾ ਵੀ ਮੰਨ ਲੈਂਦੇ ਨੇ। ਤੇ ਗੁਰੂ ਸਾਹਿਬਾਨਾਂ ਤੇ ਭਗਤਾਂ ਦੀ ਬਾਣੀ ਜਦੋਂ ਪੜ੍ਹਦੇ ਹਾਂ ਇਹਨਾਂ ਵਿੱਚ ਇਹ ਬਾਣੀ ਮੇਲ ਖਾਂਦੀ ਹੈ ਗੁਰੂ ਸਿਧਾਂਤ ਦੇ ਨਾਲ। ਤੇ ਇਸ ਕਰਕੇ ਗੁਰੂ ਸਾਹਿਬ ਨੇ ਉਹਨਾਂ ਦੀ ਬਾਣੀ ਦਰਜ ਕੀਤੀ ਹੈ। ਤੇ ਗੁਰੂ ਸਾਹਿਬ ਦੀ ਤੇ ਉਹਨਾਂ ਦੀ ਇੱਕ ਹੀ ਮੱਤ ਹੈ ਤੇ ਫਿਰ ਅੰਦਰ ਵੀ ਇੱਕ ਹੀ ਹੈ। ਤੇ ਜਦੋਂ ਗੁਰੂ ਨੂੰ ਭਾਵੇ ਗੁਰੂ ਸਾਹਿਬ ਜੀ ਉਹਨਾਂ ਨੂੰ ਸੱਦ ਲੈਣੇ ਤਾਂ ਅੰਦਰ ਦੀ ਖੇਡ ਸੀ ਨਾ। ਪਰ ਇਹ ਬਾਹਰ ਮੁਖੀ ਚਾਹ ਰਹੇ ਸਨ ਕਿ ਸਾਡਾ ਨਾਂ ਜਿਹੜਾ ਸਦਾ ਰਹਿਣਾ ਚਾਹੀਦਾ ਹੈ। ਕਹਿਣ ਲੱਗੇ ਉਹ ਵੀ ਤਾਂ ਆਪਣੇ ਆਪ ਗਏ ਨੇ, ਸਾਨੂੰ ਵੀ ਚਾਹੀਦਾ ਅਸੀਂ ਵੀ ਚੱਲੀਏ। ਨਿਜ ਬਾਣੀ ਸ੍ਰੀ ਗ੍ਰੰਥ ਚੜਾਵੋ। ਆਪਣੀ ਬਾਣੀ ਜਾ ਕੇ ਸ੍ਰੀ ਗ੍ਰੰਥ ਸਾਹਿਬ ਦੇ ਵਿੱਚ ਚੜਾਈਏ। ਰਹਿ ਨਾਮ ਥਿਰ ਜਗਤ ਮਝਾਰ। ਫਿਰ ਕੀ ਹੋਵੇਗਾ? ਸਾਡਾ ਨਾਂ ਜਗਤ ਵਿੱਚ ਸਦਾ ਰਹੇਗਾ। ਇਹ ਮਨ ਵਿੱਚ ਇੱਛਾ ਸੀ ਬਸ ਕਿ ਸਾਡਾ ਨਾਂ ਰਹਿ ਜਾਵੇ, ਸਾਨੂੰ ਵੀ ਲੋਕ ਜਾਣਨ, ਸਾਨੂੰ ਵੀ ਪਤਾ, ਲੋਕਾਂ ਨੂੰ ਪਤਾ ਲੱਗੇ ਕਿ ਕਾਨੋ ਵੀ ਕੋਈ ਹੋਇਆ ਹੈ, ਪੀਲੋ ਵੀ ਹੋਇਆ, ਸ਼ਾਹ ਹੁਸੈਨ ਵੀ ਹੋਇਆ ਤੇ ਛੱਜੂ ਵੀ ਹੋਇਆ। ਇਹ ਮਨ ਦੀ ਇੱਛਾ ਸੀ। ਮਨ ਆਸ਼ਾ ਕੋ ਸਭ ਹੀ ਜਾਣੈ। ਸਾਡੇ ਮਨ ਦਾ ਕੀ ਆਸ਼ਾ ਹੈ ਇਹ ਸਾਰੀ ਦੁਨੀਆ ਜਾਣੇ। ਲਿਖਵਾਵੋ ਕੈ ਸ਼ਬਦ ਮਝਾਰ। ਚਲੋ ਚਲੀਏ ਤੇ ਆਪਣੇ ਸ਼ਬਦ ਜਿਹੜੇ ਨੇ ਉਹ ਗ੍ਰੰਥ ਸਾਹਿਬ ਦੀ ਬੀੜ ਵਿੱਚ ਲਿਖਵਾਈਏ। ਇਮ ਸਲਾਹ ਕਰਨ ਸਭ ਤਾਈ। ਇਸ ਤਰ੍ਹਾਂ ਚਾਰਾਂ ਨੇ ਆਪਸ ਵਿੱਚ ਸਲਾਹ ਕੀਤੀ ਹੈ ਤੇ ਰਾਤ ਬਤੀਤ ਕੀਤੀ ਹੈ। ਭਈ ਪ੍ਰਾਤ ਕਾਨਾ ਅਸਵਾਰ। ਜਦੋਂ ਅਗਲੀ ਸਵੇਰ ਚੜੀ ਹੈ ਤੇ ਕਾਨਾ ਜਿਹੜਾ ਸੀ ਉਹ ਆਪਣੀ ਸਵਾਰੀ ਤੇ ਅਸਵਾਰ ਹੋਇਆ ਹੈ। ਤਿੰਨੋਂ ਅਪਰ ਗਮਨ ਕੋ ਠਾਨੇ। ਫਿਰ ਇਹ ਤਿੰਨੇ ਜਿਹੜੇ ਭਗਤ ਸਨ ਆਪੋ ਆਪਣੀ ਸਵਾਰੀ ਤੇ ਸਵਾਰ ਹੋਏ ਨੇ ਤੇ ਚੱਲ ਪਏ ਹਨ। ਜਿਨਕੇ ਉਰ ਕੁਛ ਕੁਛ ਹੰਕਾਰ। ਜਿਨ੍ਹਾਂ ਦੇ ਹਿਰਦੇ ਵਿੱਚ ਕੁਝ ਕੁਝ ਹੰਕਾਰ ਸੀ। ਤੇ ਗੁਰੂ ਸਾਹਿਬ ਦੇ ਤਾਂ ਪਾਵਨ ਬਚਨ ਨੇ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਬਸ ਜਿੱਥੇ ਮੈਂ ਮੇਰੀ ਉੱਥੇ ਕੰਮ ਸਵਰਦਾ ਨਹੀਂ ਰੂਹਾਨੀਅਤ ਵਾਲਾ। ਦੁਨੀਆ ਵਿੱਚ ਤਾਂ ਬੰਦਾ ਭਾਵੇਂ ਮੈਂ ਮੇਰੀ ਕਰਕੇ ਕੁਝ ਬਣਾ ਦਾ ਯਤਨ ਕਰੇ, ਪਰ ਸਵਰਦਾ ਤਾਂ ਹੈ ਜੇ ਗੁਰੂ ਦੀ ਕਿਰਪਾ ਹੋਵੇ। ਤਾਂ ਇਹਨਾਂ ਦੇ ਮਨ ਵਿੱਚ ਕੁਝ ਕੁਝ ਹੰਕਾਰ ਸੀ। ਪੰਥ ਜਾਮਨੀ ਏਕ ਬਿਤਾਈ। ਰਸਤੇ ਵਿੱਚ ਇੱਕ ਰਾਤ ਬਤੀਤ ਕੀਤੀ ਹੈ। ਅਗਲੇ ਦਿਨ ਗੁਰਪੁਰੀ ਮਝਾਰ। ਅਗਲੇ ਦਿਨ ਇਹ ਗੁਰਪੁਰੀ ਸ਼੍ਰੀ ਅੰਮ੍ਰਿਤਸਰ ਨਗਰੀ ਜਿੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਨਿਵਾਸ ਹੈ ਇੱਥੇ ਪਹੁੰਚ ਗਏ ਹਨ। ਆਏ ਪ੍ਰਵੇਸ਼ੇ ਮਾਨ ਵਿਸ਼ੇਸ਼ੇ। ਜਿਨ੍ਹਾਂ ਦੇ ਮਨ ਵਿੱਚ ਬਹੁਤਾ ਹੰਕਾਰ ਹੈ ਤੇ ਆ ਕੇ ਪ੍ਰਵੇਸ਼ ਕੀਤਾ ਹੈ ਨਗਰ ਵਿੱਚ। ਪਹੁੰਚੇ ਸ੍ਰੀ ਗੁਰ ਕੇ ਦਰਬਾਰ। ਜਿੱਥੇ ਸ਼ਾਂਤੀ ਦੇ ਪੁੰਜ, ਨਿਮਰਤਾ ਦੇ ਪੁੰਜ ਗੁਰੂ ਅਰਜਨ ਦੇਵ ਸਾਹਿਬ ਬਾਣੀ ਕੇ ਜਹਾਜ਼ ਇਹ ਸੰਸਾਰ ਸਾਗਰ ਤੋਂ ਪਾਰ ਉਤਾਰਨ ਵਾਲੇ। ਭੱਟ ਜੀ ਕਹਿ ਰਹੇ ਨੇ ਗੁਰੂ ਅਰਜਨ ਪ੍ਰਤੱਖ ਹਰ ਮਾਰ, ਤੁਸੀਂ ਤਾਂ ਪ੍ਰਤੱਖ ਹਰੀ ਹੋ। ਗੁਰੂ ਅਰਜਨ ਦੇਵ ਸਾਹਿਬ ਦਾ ਸੁੰਦਰ ਦਰਬਾਰ ਲੱਗਾ ਏ, ਉੱਥੇ ਪਹੁੰਚ ਗਏ ਹਨ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਇਹਨਾਂ ਦਾ ਆਇਆਂ ਦਾ ਮਾਨ ਸਨਮਾਨ ਰੱਖਣਗੇ, ਕਿਉਂਕਿ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ। ਪਰ ਜਿੱਥੇ ਬਾਣੀ ਦਰਜ ਕਰਾਉਣ ਦੀ ਗੱਲ ਆਈ ਉੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਹਿਣਾ ਚਾਰਾਂ ਨੂੰ ਕਿ ਉਹਨਾਂ ਭਗਤਾਂ ਦੀ ਬਾਣੀ ਦਰਜ ਕੀਤੀ ਹੈ ਜਿਨ੍ਹਾਂ ਦੀ ਬਾਣੀ ਧੁਰ ਕੀ ਬਾਣੀ ਨਾਲ ਮੇਲ ਖਾਂਦੀ ਹੈ। ਤੁਸੀਂ ਆਪਣਾ ਸਪਸ਼ਟ ਸਿਧਾਂਤ ਕਰੋ, ਸਾਹਮਣੇ ਰੱਖੋ ਤੇ ਫਿਰ ਦੇਖਦੇ ਹਾਂ ਫਿਰ ਕਿਸ ਤਰ੍ਹਾਂ। ਸਭ ਤੋਂ ਪਹਿਲਾਂ ਜਿਹੜਾ ਸੀ ਉਹ ਕਾਨਾ ਆਪਣੇ ਸ਼ਬਦ ਉਚਾਰਦਾ ਹੈ। ਪੀਲੋ, ਸ਼ਾਹ ਹੁਸੈਨ, ਛੱਜੂ ਜੋ ਇਹਨਾਂ ਕੋਲ ਸੀ ਇਹਨਾਂ ਨੇ ਅੱਗੇ ਰੱਖ ਦਿੱਤਾ। ਪਰ ਜਿਸ ਤਰ੍ਹਾਂ ਇਹਨਾਂ ਦੀ ਬਾਣੀ ਜਿਹੜੀ ਸੀ ਉਹ ਗੁਰੂ ਸਾਹਿਬ ਜੀ ਨੇ ਨਹੀਂ ਚੜਾਈ, ਕੀ ਕਾਰਨ ਸੀ
ਇਹ ਵਿਚਾਰ ਆਪਾਂ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਵਾਸਤੇ ਅਸੀਸ ਦੇਣੀ। ਗੁਰੂ ਸਾਹਿਬ ਕਿਰਪਾ ਕਰਨ, ਜੋ ਉਪਦੇਸ਼ ਮਹਾਰਾਜ ਬਖਸ਼ਦੇ ਨੇ, ਗੁਰਦੇਵ ਦਾ ਦਿੱਤਾ ਹੋਇਆ ਉਪਦੇਸ਼, ਇਹਨਾਂ ਬਚਨਾਂ ਨੂੰ ਕਮਾ ਸਕੀਏ, ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਣ। ਆਓ ਅਖੀਰਲੀਆਂ 2 ਪੰਕਤੀਆਂ ਸਰਵਣ ਕਰੀਏ, ਇੱਥੇ ਫਤਿਹ ਬੁਲਾਈਏ ਜੀ। ਪੰਥ ਜਾਮਨੀ ਏਕ ਬਤਾਈ, ਅਗਲੇ ਦਿਨ ਗੁਰਪੁਰੀ ਮਝਾਰ। ਆਏ ਪ੍ਰਵੇਸ਼ੇ ਮਾਨ ਵਿਸ਼ੇਸ਼ੇ, ਪਹੁੰਚੇ ਸ੍ਰੀ ਗੁਰ ਕੇ ਦਰਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।